चर्चा। सत श्री अकाल जी। प्रोग्राम चर्चा ਦੇ ਵਿੱਚ ਤੁਹਾਡਾ ਸਵਾਗਤ। ਪਿਆਰੇ ਦਰਸ਼ਕੋ, 24 ਫਰਵਰੀ ਜਦੋਂ ਇਲੈਕਸ਼ਨ ਖਤਮ ਹੁੰਦੇ ਨੇ ਪੰਜਾਬ ਦੇ, ਉਸ ਤੋਂ ਬਾਅਦ 24 ਫਰਵਰੀ 2022 ਤੋਂ ਜੇਲ੍ਹ ਦੇ ਵਿੱਚ ਸੀ ਵਿਕਰਮ ਮਜੀਠੀਆ। ਬੜੇ ਉੱਚੇ ਕੱਦ ਵਾਲੇ ਲੀਡਰ ਨੇ ਸ਼੍ਰੋਮਣੀ ਅਕਾਲੀ ਦਲ ਦੇ, ਤੇ ਅੱਜ ਹਾਈ ਕੋਰਟ ਦੇ ਵਿੱਚ ਉਹਨਾਂ ਦੀ ਜ਼ਮਾਨਤ ਹੋ ਗਈ। ਪਹਿਲਾਂ ਉਹ ਜ਼ਮਾਨਤ ਲਈ ਹੇਠਲੀ ਅਦਾਲਤ 'ਚ ਵੀ ਗਏ ਤੇ ਸੁਪਰੀਮ ਕੋਰਟ 'ਚ ਵੀ ਗਏ ਸੀ। ਸੁਪਰੀਮ ਕੋਰਟ ਨੇ ਕਹਿਤਾ ਸੀ ਕਿ ਜੀ ਤੁਸੀਂ ਨਿਚਲੀ ਕੋਰਟ ਮਤਲਬ ਕਿ ਹਾਈ ਕੋਰਟ ਦੇ ਵਿੱਚ ਜਾਓ। ਸੋ ਹਾਈ ਕੋਰਟ ਨੇ ਅੱਜ ਜ਼ਮਾਨਤ ਦਿੱਤੀ ਹੈ। NDPS ਦਾ ਜਿਹੜਾ ਕੇਸ, ਡਰੱਗ ਦਾ ਕੇਸ ਉਹਨਾਂ ਤੇ ਬਣਿਆ। 26 ਪੰਨਿਆਂ ਦੀ ਜਿਹੜੀ ਕਾਪੀ ਹੈ ਜਿਹਦੇ 'ਚ ਜ਼ਮਾਨਤ ਦੇ ਬਾਰੇ ਕਿਹਾ ਗਿਆ, ਜਿਹਦੇ 'ਚ ਇਹ ਕਿਹਾ ਗਿਆ ਹੈ ਕਿ ਇਹਨਾਂ ਦੇ ਉੱਤੇ ਕਿਸੇ ਕਿਸਮ ਦਾ ਪੁਸ਼ਤ ਪਨਾਹੀ ਦਾ ਡਰੱਗ ਡੀਲਰਾਂ ਦਾ ਜਿਹਦੇ ਇਹ ਇਲਜ਼ਾਮ ਸੀ ਨਾ ਕਿ ਇਹ ਉਹਨਾਂ ਦੀ ਪੈਟਰੇਜ ਕਰਦੇ ਨੇ, ਉਸ ਤਰ੍ਹਾਂ ਦਾ ਕੋਈ ਸਬੂਤ ਨਹੀਂ। ਨਾ ਹੀ ਮਜੀਠੀਆ ਦੇ ਘਰੋਂ ਕੋਈ ਰਿਕਵਰੀ ਹੋਈ ਹੈ, ਇਹ ਵੀ ਕਿਹਾ ਗਿਆ। ਹੋਰ ਵੀ ਕਈ ਗੱਲਾਂ ਨੇ, ਜਿਵੇਂ ਕਿ ਕੇਸ ਤਾਂ ਇੰਨਾ ਪੁਰਾਣਾ, 8 ਸਾਲ ਬਾਅਦ ਕਿਤੇ ਜਾ ਕੇ ਇਹ FIR ਹੁੰਦੀ ਹੈ ਤੇ FIR ਲਈ ਵੀ ਕਈ DSP 3 DGP ਜਿਹੜੇ ਨੇ ਉਹ ਬਦਲੇ ਗਏ ਨੇ, ਇਹ ਵੀ ਕਿਹਾ ਗਿਆ। ਔਰ ਪੁਲਿਸ ਨੇ ਰਿਮਾਂਡ ਤੱਕ ਨਹੀਂ ਜਿਹੜਾ ਹੈ ਮੰਗਿਆ ਇਹਦਾ। ਇਹ ਗੱਲ ਵੀ ਇਹਨਾਂ 26 ਪੰਨਿਆਂ ਦਾ ਹਿੱਸਾ ਹੈ। ਤੇ ਹੋਰ ਵੀ ਅਹਿਮ ਗੱਲ ਉਹਦੇ 'ਚ ਹੈ ਕਿ ਜਿਹੜਾ ਬੋਨੀ ਅਜਨਾਲ ਹੈ ਉਹ ਤਾਂ ਸਿਰਫ ਸਿਕਿਉਰਿਟੀ ਲੈਣ ਲਈ ਇਹਨਾਂ ਤੇ ਇਲਜ਼ਾਮ ਲਾ ਰਿਹਾ ਹੈ। ਇਹ ਉਹਦਾ ਵੀ ਜ਼ਿਕਰ ਹੈ ਇਹਦੇ ਵਿੱਚ। ਤੇ ਇਹ ਵੀ ਕਿਹਾ ਗਿਆ ਕਿ ਪਾਸਪੋਰਟ ਤੁਸੀਂ ਜਮ੍ਹਾਂ ਕਰਾਓ ਕਿ ਬਾਹਰ ਨਹੀਂ ਜਾ ਸਕਦੇ। ਔਰ ਨਾਲ ਇੱਕ ਗੱਲ ਹੋਰ ਵੀ ਹੈ ਕਿ ਇਹ ਜਿਹੜਾ ਫੈਸਲਾ ਨਹੀਂ, ਇਹ ਜ਼ਮਾਨਤ ਹੈ, ਅਸਲ ਦੇ ਵਿੱਚ ਫੈਸਲਾ ਤਾਂ ਟ੍ਰਾਇਲ ਕੋਰਟ ਨੇ ਕਰਨਾ ਹੈ। ਇਸ ਕਿਸਮ ਦੇ ਨੁਕਤੇ ਨੇ ਜਦੋਂ ਵਿਕਰਮ ਮਜੀਠੀਆ ਨੂੰ ਜ਼ਮਾਨਤ ਮਿਲਦੀ ਹੈ। ਤੇ ਜਦੋਂ ਹੁਣ ਜ਼ਮਾਨਤ ਮਿਲ ਗਈ ਹੈ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਜਿਸ ਕਿਸਮ ਦੇ ਇਲਜ਼ਾਮ ਲਾ ਰਿਹਾ ਹੈ, ਖਾਸ ਤੌਰ ਤੇ ਕਾਂਗਰਸ ਤੇ ਵਿਰੋਧੀ ਧਿਰਾਂ ਤੇ, ਕੀ ਕਹਿ ਰਿਹਾ? ਉਹ ਕਹਿੰਦੇ ਕਿ ਇਹ ਬਦਲਾਖੋਰੀ ਦੀ ਸਿਆਸਤ ਹੈ। ਇਹਨਾਂ ਨੂੰ ਜ਼ਮਾਨਤ ਮਿਲਣ ਦਾ ਇਹ ਸਬੂਤ ਹੈ ਕਿ ਇਹਨਾਂ ਦੇ ਕੋਈ ਖਾਸ ਸਬੂਤ ਨਹੀਂ ਸੀ ਇਹਨਾਂ ਦੇ ਖਿਲਾਫ, ਤਾਂ ਹੀ ਹਾਈ ਕੋਰਟ ਨੇ ਜ਼ਮਾਨਤ ਦਿੱਤੀ ਹੈ। ਇਸ ਕਰਕੇ ਇਹ ਤਾਂ ਸਿਆਸੀ ਬਦਲਾਖੋਰੀ ਹੀ ਹੈ। ਇਹ ਤੇ ਅੱਜ ਆਪਾਂ ਚਰਚਾ ਕਰਨੀ ਹੈ ਕਿ ਸਿਰਫ ਇਹ ਸਿਆਸੀ ਬਦਲਾਖੋਰੀ ਸੀ ਜਾਂ ਕੋਈ ਹੋਰ ਵੀ ਇਹਦੇ 'ਚ ਕਾਰਨ ਹੋ ਸਕਦੇ ਨੇ, ਜਿਹਦੇ ਬਾਰੇ ਕੋਰਟ ਕਹਿੰਦੀ ਹੈ ਕੋਈ ਸਬੂਤ ਨਹੀਂ, ਕੋਈ ਰਿਕਵਰੀ ਨਹੀਂ। ਇਸ ਕਿਸਮ ਦੀਆਂ ਗੱਲਾਂ ਜਿਹੜੀਆਂ ਜ਼ਮਾਨਤ ਦਾ ਜਿਹੜਾ ਫੈਸਲਾ ਉਹਦੇ 'ਤੇ ਹੋਈਆਂ ਨੇ। ਤੇ ਇਹ ਵੀ ਗੱਲ ਹੈ ਕਿ ਫੈਸਲਾ ਇਹ ਸਿਰਫ ਜ਼ਮਾਨਤ ਹੈ, ਫੈਸਲਾ ਤਾਂ ਕੋਰਟ ਨੇ ਕਰਨਾ ਹੈ। ਤੋ ਇਹ ਤੇ ਅੱਜ ਆਪਾਂ ਚਰਚਾ ਕਰਨੀ ਹੈ। ਤੇ ਚਰਚਾ ਕਰਨ ਲਈ ਜਿਹੜੇ ਮਹਿਮਾਨ ਸਾਡੇ ਨਾਲ ਜੁੜੇ ਨੇ, ਤੁਹਾਡਾ ਉਹਨਾਂ ਨਾਲ ਤਾਰਫ ਕਰਾਵਾਂ। ਐਡਵੋਕੇਟ ਤੇਗਵੀਰ ਸਿੰਘ ਢਿੱਲੋਂ ਸਾਹਿਬ ਅੱਜ ਮਾਹਰ ਦੇ ਤੌਰ ਤੇ ਜੁੜੇ ਨੇ। ਇਹ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਪ੍ਰੈਕਟਿਸ ਕਰਦੇ ਨੇ। ਤੇ ਨਾਲ ਸਾਡੇ ਐਡਵੋਕੇਟ ਅਰਸ਼ਪ੍ਰੀਤ ਸਿੰਘ ਖਡਿਆਲ ਸਾਹਿਬ ਨੇ, ਇਹ ਵੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਕੀਲ ਨੇ, ਲੇਕਿਨ ਕਾਂਗਰਸ ਪਾਰਟੀ ਦੀ ਨੁਮਾਇੰਦਗੀ ਕਰ ਰਹੇ ਨੇ। ਸਾਡੇ ਨਾਲ ਭਾਰਤੀ ਜਨਤਾ ਪਾਰਟੀ ਤੋਂ ਅਸ਼ੋਕ ਸਰੀਨ ਸਾਹਿਬ ਨੇ ਤੇ ਸਰਦਾਰ ਸੁਖਦੇਵ ਸਿੰਘ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਡਿਬੇਟ ਦੇ ਵਿੱਚ ਸ਼ਾਮਲ ਨੇ। ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ। ਐਡਵੋਕੇਟ ਢਿੱਲੋਂ, ਗੱਲ ਤੁਹਾਡੇ ਤੇ ਸ਼ੁਰੂ ਕਰਨੀ ਹੈ। ਤੁਸੀਂ ਕਿਉਂਕਿ ਤੁਹਾਡਾ ਵਿਸ਼ਾ ਇਹ, ਕਿਵੇਂ ਦੇਖਦੇ ਹੋ ਜੋ ਕਿਹਾ ਗਿਆ ਉਹ ਤੇ ਕੀ ਟਿੱਪਣੀ ਹੈ ਤੁਹਾਡੀ? ਜੋ ਕੋਰਟ ਨੇ ਕਿਹਾ, ਕੋਰਟ ਦੀਆਂ ਟਿੱਪਣੀਆਂ ਤੇ ਤੁਹਾਡੀ ਕੀ ਟਿੱਪਣੀ ਹੈ? ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਦੋਂ ਵਿਕਰਮ ਮਜੀਠੀਆ ਨੂੰ ਜ਼ਮਾਨਤ ਮਿਲਦੀ ਹੈ? ਸ਼ੁਕਰੀਆ ਵਾਲੀਆ ਸਾਹਿਬ। ਜੇ ਸਿਆਸਤ ਹੁਣ ਥੋੜੀ ਜੀ ਪੱਕੀ ਹੋਈ ਹੈ, ਅਕਾਲੀ ਦਲ ਵਾਲੇ ਲੱਡੂ ਵੰਡ ਰਹੇ ਨੇ, ਬਟ ਮੈਂ ਲਾਅ ਦੇ ਪੁਆਇੰਟ ਤੋਂ ਗੱਲ ਕਰੂੰਗਾ। ਫਿਰ ਮੈਂ ਪਹਿਲਾਂ ਵੀ ਇੱਕ ਵਾਰ ਕਹਿ ਚੁੱਕਿਆ, a person is presumed to be innocent till the final judgment and order passed by any court। ਹੁਣ ਬੇਲ ਹੋਣਾ ਕੋਈ ਬਰੀ ਹੋਣਾ ਨਹੀਂ ਹੈ। ਬੇਲ ਹੋਣ ਦਾ ਮਤਲਬ ਇਹ ਵੀ ਨਹੀਂ ਹੈਗਾ ਕਿ ਇਹਨਾਂ ਨੂੰ ਇੰਪ੍ਰਿਜ਼ਨਮੈਂਟ ਵੀ ਪੱਕੀ ਹੋਊਗੀ ਜਾਂ
ਜੋ ਆਰਡਰ ਇਹਨਾਂ ਦੇ ਖਿਲਾਫ ਆਊਗਾ। ਬੇਲ ਜੇ ਆਪਾਂ ਦੇਖੀਏ ਉਹਦੇ ਚ ਕਾਫੀ ਕੰਡੀਸ਼ਨਸ ਦੇ ਰਿਗਾਰਡਿੰਗ ਕਾਫੀ ਪੁਆਇੰਟ ਆਨਰੇਬਲ ਹਾਈ ਕੋਰਟ ਨੇ ਦੇਖੇ ਨੇ, ਜਿਹਦੇ ਚ ਡੀਬੀ ਚ ਫੈਸਲਾ ਕਰਿਆ ਆਨਰੇਬਲ ਜਸਟਿਸ ਰਾਮਾ ਚੰਦਰ ਜੀ ਨੇ ਤੇ ਸੁਰੇਸ਼ ਠਾਕੁਰ ਜੀ ਨੇ। ਉਹਦੇ ਵਿੱਚ ਇਹਨਾਂ ਨੇ ਦੇਖਿਆ ਕਿ ਡਾਇਰੈਕਟ ਰਿਕਵਰੀ ਕੋਈ ਮਜੀਠੀਆ ਸਾਹਿਬ ਤੋਂ ਮਿਲੀ ਨਹੀਂ। ਐਨਡੀਪੀਐਸ ਐਕਟ ਹੈ ਜਿਹੜਾ, ਐਨਡੀਪੀਐਸ ਐਕਟ ਦੇ ਅਧੀਨ ਇਹਨਾਂ ਤੇ 3 ਧਾਰਾਵਾਂ ਦੇ ਅਧੀਨ ਇਹਨਾਂ ਤੇ ਪਰਚਾ ਦਰਜ ਹੋਇਆ ਸੀ। ਸੈਕਸ਼ਨ 25, ਸੈਕਸ਼ਨ 27 ਤੇ 29, ਇਹ 3 ਧਾਰਾਵਾਂ ਦੇ ਰਿਗਾਰਡਿੰਗ ਜਿਹੜਾ ਪਰਚਾ ਦਰਜ ਹੋਇਆ ਸੀ। ਇਹਦਾ ਮਤਲਬ ਇੱਕ ਹੈ ਵੀ ਇੱਕ ਇਹ ਫਾਈਨਾਂਸ ਕਰਦੇ ਸੀ, ਇੱਕ ਇਹਨਾਂ ਨੇ ਆਪਣੀ ਪਲੇਸ ਦਿੱਤੀ ਉਹਨਾਂ ਨੂੰ ਡਰੱਗਸ ਰੱਖਣ ਲਈ, ਇੱਕ ਕਹਿ ਸਕਦੇ ਆ ਰਲੀ ਮਿਲੀ ਭੁਗਤ ਜਿਹੜੀ ਸੈਕਸ਼ਨ 29 ਹੈ। ਇਹ 3 ਸੈਕਸ਼ਨ ਇਹਨਾਂ ਨੇ ਲਾਈਆਂ ਸੀ। ਸੀਬੀਆਈ ਕੋਰਟ ਦੇ ਵਿੱਚ ਪਹਿਲਾਂ ਹੀ ਆਲਰੇਡੀ ਜਗਦੀਸ਼ ਭੋਲੇ ਦਾ ਜਿਹੜਾ ਮੇਨ ਹੀਰੋ ਹੈ ਨਾ ਜੀ ਇਹ ਮੂਵੀ ਦਾ, ਉਹ ਹੈ ਜਗਦੀਸ਼ ਭੋਲਾ, ਹੂ ਸਰਵਡ ਐਸ ਡੀਐਸਪੀ ਇਨ ਪੰਜਾਬ ਪੁਲਿਸ, ਫਿਰ ਡਿਸਮਿਸ ਹੋਇਆ। ਉਹਦੇ ਖਿਲਾਫ ਪ੍ਰਨਾਉਂਸਮੈਂਟ ਹੋ ਚੁੱਕੀ ਹੈ ਸੀਬੀਆਈ ਕੋਰਟ ਮੋਹਾਲੀ ਚ ਸੀਗੀ ਜਿਹੜੀ, ਉਹ ਜੱਜ ਸਾਹਿਬ ਨਿਰਭਉ ਸਿੰਘ ਗਿੱਲ ਜੀ ਨੇ ਉਹਨੂੰ ਕਨਵਿਕਸ਼ਨ ਦਿੱਤੀ ਸੀ। ਉਹ ਹੁਣ ਆਪਣੀ ਸਜ਼ਾ ਕੱਟ ਰਿਹਾ ਗੁਰਦਾਸਪੁਰ ਜੇਲ੍ਹ ਚ, 24 ਸਾਲ ਦੀ ਉਹਨੂੰ ਸਜ਼ਾ ਰੱਖੀ ਹੈ। 600 ਤੋਂ 700 ਦਾ ਡਰੱਗ ਰੈਕਟ ਸ਼ੁਰੂ ਹੋਇਆ ਸੀ ਜਿਹੜਾ ਕਿ 6000 ਤੱਕ ਚਲਾ ਗਿਆ ਸੀ। ਬੇਸਿਕਲੀ ਜਿਹੜੇ ਬੱਦੀ ਦੇ ਵਿੱਚ ਹੈਗੀਆਂ ਨੇ ਜੀ ਕੰਪਨੀਆਂ ਮੈਡੀਸਨ ਬਣਾਉਂਦੀਆਂ, ਇਲੀਗਲ ਕੰਪਨੀਆਂ ਇਲੀਗਲ ਮੈਡੀਸਨ ਬਣਾ ਕੇ ਕੋਈ ਚਿੱਟੇ ਦੇ ਰੂਪ ਦੇ ਵਿੱਚ ਡਰੱਗ ਦੇ ਰੂਪ ਲਈ ਇਲੀਗਲੀ ਬਾਹਰ ਇੰਪੋਰਟ ਵੀ ਹੁੰਦਾ ਸੀ, ਐਕਸਪੋਰਟ ਵੀ ਹੁੰਦਾ ਸੀ। ਉਹਦੇ ਵਿੱਚ 54 ਬੰਦਿਆਂ ਦੇ ਪਰਚਾ ਦਰਜ ਹੋਇਆ ਸੀ। 54 ਦੇ ਵਿੱਚੋਂ ਜਿਹੜੇ 23 ਬੰਦਿਆਂ ਨੂੰ ਤਾਂ ਸਜ਼ਾ ਸੁਣਾ ਚੁੱਕੇ ਆ, 31 ਉਹਦੇ ਵਿੱਚੋਂ ਬਰੀ ਹੋ ਚੁੱਕੇ ਸੇ। ਜੋ ਬਰੀ ਹੋ ਚੁੱਕੇ ਨੇ ਉਹਦਾ ਇਫੈਕਟ ਥੋੜਾ ਬਹੁਤਾ ਮਜੀਠੀਆ ਸਾਹਿਬ ਨੂੰ ਵੀ ਮਿਲਿਆ ਤੇ ਡਾਇਰੈਕਟ ਇਹਨਾਂ ਦੇ ਵਿੱਚੋਂ ਕੋਈ ਵੀ ਰਿਕਵਰੀ ਨਹੀਂ ਮਿਲੀ ਕਿਸੇ ਤਰ੍ਹਾਂ ਦੀ। ਇਹਨਾਂ ਨੂੰ ਇੱਕ ਜਗਦੀਸ਼ ਭੋਲੇ ਦੀ ਡਿਸਕਲੋਜ਼ਰ ਸਟੇਟਮੈਂਟ, ਐਨਡੀਪੀਐਸ ਦੇ ਡਿਸਕਲੋਜ਼ਰ ਸਟੇਟਮੈਂਟ ਹੁੰਦੀ ਹੈ ਜੀ। ਇੱਕ ਬੰਦਾ ਚੱਕ ਲਿਆ, ਉਹ ਤੋਂ ਰਿਕਵਰੀ ਹੋ ਗਈ, ਕਿੰਨੇ ਕੁਆਂਟਲ ਹੋ ਗਈ, ਕਿੰਨੇ ਹਜ਼ਾਰਾਂ ਦੀ ਹੋ ਗਈ, ਉਹ ਤੋਂ ਪੁੱਛਣਗੇ ਕਿੱਥੋਂ ਲਿਆ, ਕਿੱਥੇ ਰੱਖਿਆ ਸੀ, ਕਿਹਦੇ ਕੋਲ ਜਾ ਰਿਹਾ ਸੀ। ਉਹਦੇ ਵਿੱਚ ਫਿਰ ਜਗਦੀਸ਼ ਭੋਲੇ ਨੇ ਕੋਰਟ ਦੇ ਵਿੱਚ ਆ ਕੇ ਬੂ ਦੁਹਾਈਆਂ ਪਾਉਂਦਾ ਸੀ। ਪਟਿਆਲੇ ਕੋਰਟ ਦੇ ਵਿੱਚ ਕੇਸ ਚੱਲਿਆ ਹੈ। ਉਸ ਤੋਂ ਬਾਅਦ ਸੀਬੀਆਈ ਨੂੰ ਟ੍ਰਾਂਸਫਰ ਹੋ ਗਿਆ, ਫਿਰ ਮੋਹਾਲੀ ਚਲਾ ਗਿਆ ਸੀ। ਪਟਿਆਲੇ ਕੋਰਟ ਦੇ ਵਿੱਚ ਐਵਰੀ ਹੀਅਰਿੰਗ ਜਗਦੀਸ਼ ਭੋਲਾ ਕਹਿੰਦਾ ਰਿਹਾ ਕਿ ਵਿਕਰਮ ਮਜੀਠੀਆ ਮੇਨ ਇਹਦੇ ਚ ਕਿੰਗ ਪਿਨ ਹੈ, ਉਹਨਾਂ ਦੇ ਕਹੇ ਤੇ ਮੈਂ ਕੰਮ ਕਰ। ਸੋ ਜਿਹੜੀ ਹਾਈ ਕੋਰਟ ਨੇ ਜ਼ਮਾਨਤ ਦਿੱਤੀ ਹੈ ਉਹਦੇ ਵਿੱਚ ਇੱਕ ਤਾਂ ਡਿਸਕਲੋਜ਼ਰ ਸਟੇਟਮੈਂਟ ਦੀ ਦਿੱਤੀ ਹੈ, ਇੱਕ ਡਾਇਰੈਕਟ ਰਿਕਵਰੀ ਨਹੀਂ ਹੈਗੀ, ਐਂਡ ਇਟਸ ਹੀ ਇਜ਼ ਬੀਨ ਇਨਟੂ ਦੀ ਜੇਲ ਫਰਮ ਲਾਸਟ 6 ਮੰਥ। ਬਟ ਹਾਂ, ਜਿਹੜੀ ਤੁਸੀਂ ਕਹਿ ਰਹੇ ਹੋ ਵੀ ਹਾਂ ਸਿਆਸਤ ਦੇ ਪੱਖੋਂ ਦੇਖ ਰਹੇ ਹਾਂ ਗੱਲ, ਵੀ ਅਕਾਲੀ ਦਲ ਕਹਿ ਰਹੇ ਨੇ ਇਟ ਇਜ਼ ਅ ਪੋਲੀਟੀਕਲ ਵੈਂਡੇਟਾ। ਜੇ ਪੋਲੀਟੀਕਲ ਵੈਂਡੇਟਾ ਹੁੰਦਾ, ਜਦੋਂ ਪਹਿਲਾਂ ਵਿਕਰਮ ਸਿੰਘ ਮਜੀਠੀਆ ਜੀ ਸੁਪਰੀਮ ਕੋਰਟ ਚ ਗਏ, ਆਨਰੇਬਲ ਹਾਈ ਕੋਰਟ ਚ ਗਏ, ਛੋਟੀ ਕੋਰਟ ਮੋਹਾਲੀ ਕੋਰਟ ਚ ਗਏ, ਉਦੋਂ ਉਹਨਾਂ ਨੂੰ ਕਿਉਂ ਨਹੀਂ ਰਿਲੀਫ ਮਿਲਿਆ? ਜੇ ਪੋਲੀਟੀਕਲ ਵੈਂਡੇਟਾ ਹੁੰਦਾ ਤਾਂ ਹਾਈ ਕੋਰਟ ਵੁੱਡ ਹੈਵ ਬੀਨ ਗਿਵਨ ਪ੍ਰੀ ਅਰੈਸਟ ਬੇਲ, ਜਿਹਨੂੰ ਐਂਟੀਸਪੇਟਰੀ ਬੇਲ ਕਹਿੰਦੇ ਐਟ ਦੈਟ ਟਾਈਮ, ਬਟ ਨੋ, ਡਿਸਮਿਸ ਹੋ ਗਈ। ਫਿਰ ਸੁਪਰੀਮ ਕੋਰਟ ਕੋਲ ਗਏ, ਸੁਪਰੀਮ ਕੋਰਟ ਨੇ ਕਿਹਾ ਤੂੰ ਸਰੈਂਡਰ ਕਰੋ, ਸਰੈਂਡਰ ਕਰਕੇ ਅੰਦਰ ਭੇਜਿਆ। ਕੁਝ ਸਮਾਂ ਲਵਾਇਆ, 6 ਮੰਥਸ ਹੋ ਚੁੱਕੇ ਨੇ ਇਹਦੇ ਰਿਗਾਰਡਿੰਗ। ਪਟਿਆਲੇ ਜੇਲ੍ਹ ਦੇ ਵਿੱਚ ਸੀਗੇ ਉਹ। ਇਹਦੇ ਵਿੱਚੋਂ ਜਿਹੜੀ ਮੇਨ ਕੰਟੈਂਟਸ ਪਤਾ ਲੱਗਿਆ ਡੀਬੀ ਦੀ ਜਿਹੜੀ ਆਰਡਰ ਦੇ ਹਿਸਾਬ ਦੇ ਨਾਲ ਵੀ ਨੋ ਡਾਇਰੈਕਟ ਰਿਕਵਰੀਜ਼ ਅਫੈਕਟਡ, ਤੇ ਕੋਈ ਇਹਨਾਂ ਦੀ ਜਿਹੜੀ ਨਾਮ ਆਇਆ ਡਿਸਕਲੋਜ਼ਰ ਸਟੇਟਮੈਂਟ ਤੋਂ ਆਇਆ ਜਗਦੀਸ਼ ਭੋਲੇ ਦੇ ਵਿੱਚ। ਤੇ ਜਿਹੜੇ ਇਹਨਾਂ ਦੇ ਜਿਹੜੇ ਜਦੋਂ ਬੇਲ ਦਿੱਤੀ ਜਾਊਗੀ ਉਹਦੇ 'ਚ ਇੱਕ ਮੇਨ ਕੰਡੀਸ਼ਨ ਹੁੰਦੀ ਹੈ ਜੀ, ਜਿਹੜੀ ਯੂਜ਼ਲੀ ਡਿਫੈਂਸ ਲਾਇਰਸ ਆਰਗੂ ਕਰਦੇ ਨੇ ਬਿਫੋਰ ਦੀ ਕੋਰਟਸ ਕਿ ਇਹ ਵਿਟਨੈਸ ਨੂੰ ਨਹੀਂ ਧਮਕਾਣਗੇ ਤੇ ਕੇਸ ਨੂੰ ਇਫੈਕਟ ਨਹੀਂ ਪਊਗਾ। ਸੋ ਜਿਹੜਾ ਇਹਦੇ 'ਚ ਇੱਕ ਇਹ ਵੀ ਹੈ, ਕਿਉਂਕਿ ਪਹਿਲੇ ਤਾਂ ਜਿਹੜੇ ਸੀਗੇ ਦੋਸ਼ੀ ਉਹਨਾਂ ਨੂੰ ਸਜ਼ਾ ਹੋ ਚੁੱਕੀ ਹੈ। ਸੋ ਕੋਰਟ ਨੇ ਇਹ ਵੀ ਪੱਖ ਦੇਖਿਆ ਕਿ ਵਿਟਨੈਸ ਨੂੰ ਧਮਕਾਉਣ ਵਾਲੀ ਗੱਲ ਹੈ ਨਹੀਂ, ਤੇ ਜਿਹੜੀ ਦੂਸਰੇ ਭੋਲੇ ਉਹਨਾਂ ਨੂੰ ਸਜ਼ਾ ਸੁਣਾਈ ਚੁੱਕੀ ਹੈ, ਉਹਨਾਂ ਦੀ ਅਪੀਲ ਪੈਂਡਿੰਗ ਹੈ ਜੀ ਆਨਰੇਬਲ ਹਾਈ ਕੋਰਟ ਦੇ ਵਿੱਚ। ਸੋ ਇਹਦੇ ਰਿਗਾਰਡਿੰਗ ਇਹ ਮਸਲਾ ਸੀ, ਉਹ ਸਾਰੇ ਪੱਖ ਦੇਖਦੇ ਹੋਏ ਆਨਰੇਬਲ ਹਾਈ ਕੋਰਟ ਨੇ ਇਹਨਾਂ ਨੂੰ ਬੇਲ ਗ੍ਰਾਂਟ ਕਰੀ ਹੈ ਔਨ ਦੀ ਕੰਡੀਸ਼ਨਸ। ਜੀ ਬਿਲਕੁਲ, ਤੁਹਾਡੀ ਗੱਲ ਤੁਸੀਂ ਕਾਫੀ ਤਫਸੀਲ 'ਚ ਦੱਸਿਆ, ਲੇਕਿਨ ਉਹਨਾਂ ਨੇ ਇਹ ਗੱਲ ਜਦੋਂ ਕੋਰਟ ਕਹਿੰਦੀ ਹੈ ਢਿੱਲੋਂ ਸਾਹਿਬ
कि कोई किसी किस्म की इन्हां दे वल्लों पुश्त पनाही नहीं, कोई शेल्टर नहीं दिता गया, तो कोई सबूत नहीं मिलता, ना रिकवरी है। तो इस करके इन्हां नूं जिहड़ा है यह जमानत मिल गई। दूजे पासे ये भी गल है कि कला यही नहीं, जिवें बोनी अजनाला बारे कहा कि जी बोनी अजनाला तो सिर्फ सिक्योरिटी लैन लई इन्हां ते इल्जाम लाउंदा, ये भी बड़ी सख्त एक किस्म की टिप्पणी है। कई गल्लां जिहड़ियां ने अज जिहड़े कोर्ट दे इस जमानत ते जिहड़ी कॉपी मिली है ਉਹਦੇ ਚ ਦੇਖਣ ਨੂੰ ਮਿਲ ਰਹੀਆਂ ਨੇ। ਸ਼੍ਰੋਮਣੀ ਅਕਾਲੀ ਦਲ ਦਾ ਇਹ ਕਹਿਣਾ ਹੈ ਕਿ ਜੀ ਦੇਖ ਲਿਆ ਹੁਣ ਕਿ ਤੁਸੀਂ, ਮੈਂ ਸੁਣ ਰਿਹਾ ਸੀ ਸ਼੍ਰੋਮਣੀ ਅਕਾਲੀ ਦਲ ਦੇ ਦੋ ਵਕੀਲਾਂ ਨੂੰ ਜਿਹੜੇ ਕਹਿ ਰਹੇ ਸੀ ਇਹ ਤਾਂ ਸਪਸ਼ਟ ਹੋ ਗਿਆ ਨਾ, ਇਹਨਾਂ ਨੇ ਡੀਜੀਪੀ ਬਦਲੇ, ਉਹ ਵੀ ਵਿੱਚ ਮੈਂਸ਼ਨ ਹੈ, ਤੇ ਇਹਦਾ ਸਿਆਸੀ ਬਦਲਾਖੋਰੀ ਸੀ। ਤੇ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਉਸ ਵੇਲੇ ਹੋਮ ਮਿਨਿਸਟਰ ਸੀ, ਉਹ ਕਹਿੰਦੇ ਬਿਲਕੁਲ ਸਿਆਸੀ ਬਦਲਾਖੋਰੀ ਨਹੀਂ ਸੀ। ਜਿਵੇਂ ਐਡਵੋਕੇਟ ਢਿੱਲੋਂ ਨੇ ਦੱਸਿਆ ਕਿ ਜੇ ਸਿਆਸੀ ਬਦਲਾਖੋਰੀ ਹੁੰਦੀ ਪਹਿਲਾਂ ਰਿਲੀਫ ਮਿਲ ਜਾਂਦੀ। 6 ਮਹੀਨੇ ਤਾਂ ਹੋ ਚੁੱਕੇ ਨੇ ਉਹਨਾਂ ਨੂੰ ਜੇਲ੍ਹ 'ਚ। ਇਸ ਕਿਸਮ ਦੀ ਹੁਣ ਚਰਚਾ ਚੱਲ ਰਹੀ ਹੈ, ਇਹ ਤੇ ਚਰਚਾ ਆਪਾਂ ਜਾਰੀ ਰੱਖਣੀ ਹੈ। ਬਸ ਇੱਕ ਛੋਟਾ ਜਿਹਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮਿਲਦੇ ਹਾਂ। ਚਰਚਾ ਚਰਚਾ ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਸਵਾਗਤ। ਸੁਖਦੇਵ ਸਿੰਘ ਜੀ, ਸ਼੍ਰੋਮਣੀ ਅਕਾਲੀ ਦਲ ਕੀ ਕਹੋਗੇ? ਖੁਸ਼ੀ ਤਾਂ ਸ਼੍ਰੋਮਣੀ ਅਕਾਲੀ ਦਲ ਮਨਾ ਵੀ ਰਿਹਾ ਹੈ, ਤੇ ਚਲੋ ਮਨਾਉਣੀ ਵੀ ਚਾਹੀਦੀ ਹੈ ਬਹੁਤ ਲੰਬੇ ਸਮੇਂ ਤੋਂ। ਹੁਣ ਜਦੋਂ ਸ਼੍ਰੋਮਣੀ ਅਕਾਲੀ ਦੇ ਵਿੱਚ ਅੰਦਰੂਨੀ ਸੰਕਟ ਵੀ ਚੱਲ ਰਿਹਾ ਹੈ, ਉਸ ਵੇਲੇ ਮਜੀਠੀਆ ਦੀ ਜ਼ਮਾਨਤ ਦਾ ਘੱਟੋ ਘੱਟ ਸੁਖਬੀਰ ਸਿੰਘ ਬਾਦਲ ਨੂੰ ਬਹੁਤ ਫਾਇਦਾ ਤੇ ਹੌਸਲਾ ਹੋਏਗਾ। ਸੁਖਦੇਵ ਸਿੰਘ ਜੀ ਕੀ ਕਹੋਗੇ? ਦੇਖੋ, ਦੋ ਗੱਲਾਂ ਨੇ ਜੀ। ਇੱਕ ਤਾਂ ਪਹਿਲਾਂ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਕੋਈ ਸੰਕਟ ਦੇ ਵਿੱਚ ਨਹੀਂ ਚੱਲ ਰਿਹਾ, ਇਹ ਜਿਹੜੀਆਂ ਗੱਲਾਂ ਜਿਹੜੀਆਂ ਨਿਰਾਧਾਰ ਨੇ। ਪਾਰਟੀ ਦੇ ਅੰਦਰ ਪਾਰਟੀ ਨੂੰ ਸਰਵਾਈਵ ਕਰਨ ਲਈ ਬੜਾ ਕੁਝ ਵਿਚਾਰਾਂ ਹੁੰਦੀਆਂ ਰਹਿੰਦੀਆਂ ਨੇ, ਇਹ ਇੱਕ ਰੂਟੀਨ ਪ੍ਰੋਸੈਸ ਹੈ, ਕੋਈ ਸੰਕਟ ਵਾਲੀ ਗੱਲ ਨਹੀਂ। ਜਿਹੜੀ ਮਜੀਠੀਆ ਸਾਹਿਬ ਵਾਲੀ ਗੱਲ ਹੈ ਜੀ, 2007 ਤੋਂ ਤਕਰੀਬਨ ਇਹ ਗੱਲ ਜਿਹੜੀ ਹੈ ਇਨਵੈਸਟੀਗੇਸ਼ਨ ਚੱਲ ਰਹੀ ਸੀ, ਔਰ 2013 ਦੇ ਵਿੱਚ ਜਾ ਕੇ 4 ਪਰਚੇ ਜਿਹੜੇ ਆ ਦਰਜ ਹੁੰਦੇ ਆ। FIR ਨੰਬਰ 45 ਫਤਿਹਗੜ੍ਹ ਸਾਹਿਬ ਥਾਣੇ 'ਚ ਦਰਜ ਹੁੰਦੀ ਹੈ ਜੀ। FIR ਨੰਬਰ 69 2013 'ਚ ਹੀ ਜਿਹੜੀ ਗੋਬਿੰਦਗੜ੍ਹ ਦਰਜ ਹੁੰਦੀ ਹੈ। FIR 69 2013 'ਚ ਹੀ ਦੁਬਾਰਾ ਇੱਕ ਹੋਰ ਜਿਹੜੀ ਆ ਦਰਜ ਹੁੰਦੀ ਫਤਿਹਗੜ੍ਹ ਸਾਹਿਬ ਥਾਣੇ 'ਚ। ਇੱਕ FIR ਨੰਬਰ 76 2013 'ਚ ਬਨੂੜ ਥਾਣੇ 'ਚ ਦਰਜ ਹੁੰਦੀ ਹੈ, ਜਿਹਦੇ ਟਰਾਇਲ ਚੱਲੇ ਅਲੱਗ-ਅਲੱਗ ਕੋਰਟਾਂ ਦੇ ਵਿੱਚ, ਗਵਾਹ ਭੁਗਤੇ, ਸਜ਼ਾਵਾਂ ਹੋਈਆਂ, ਜਿਹੜੇ ਵਿਅਕਤੀ ਉਹਨਾਂ ਦੇ ਵਿੱਚ ਸ਼ਾਮਲ ਸਨ, ਔਰ ਉਹਦੇ ਵਿੱਚ ਬੜੀਆਂ ਹਾਈ ਪਾਵਰ ਕਮੇਟੀਆਂ ਵੀ ਬਣੀਆਂ। ਇੱਕ ਮੇਰਾ ਖਿਆਲ ਕਮੇਟੀ ਸ਼ਾਇਦ ਹਾਈ ਕੋਰਟ ਦੇ ਲੈਵਲ ਤੇ ਵੀ, ਕਿ DGP ਲੈਵਲ, ADGP ਲੈਵਲ ਦੇ ਅਫਸਰਾਂ ਦੀ ਬਣੀ ਸੀ। ਇੰਨਾ ਕੁਝ ਹੋਣ ਤੋਂ ਬਾਅਦ 2017 ਦੇ ਵਿੱਚ ਜਦੋਂ ਸਾਰਿਆਂ ਨੂੰ ਸਜ਼ਾਵਾਂ ਹੋ ਜਾਂਦੀਆਂ, ਔਰ ਉਸ ਲੋਕ ਜਿਹੜੇ ਸਜ਼ਾਵਾਂ ਭੁਗਤ ਰਹੇ ਆ, ਹਿੰਦੁਸਤਾਨ ਦਾ ਦੇਖੋ, ਇੱਕ ਤਾਂ ਜਿਹੜਾ ਸਾਡਾ ਸੰਵਿਧਾਨ ਹੈ ਉਹ ਇਹ ਗੱਲ ਕਹਿੰਦਾ ਹੈ ਕਿ ਜਦੋਂ ਇੱਕ ਕੇਸ ਟਰਾਇਲ ਹੋ ਗਿਆ, ਸਜ਼ਾਵਾਂ ਹੋ ਗਈਆਂ, ਇੱਕ ਕੋਈ ਵੀ ਦੋਸ਼ ਹੈ ਉਹਦੇ ਉੱਤੇ 2 ਪਰਚੇ ਨਹੀਂ ਦਰਜ ਹੋ ਸਕਦੇ ਇੱਕ ਚੀਜ਼ ਨੂੰ ਲੈ ਕੇ। ਦੂਜਾ, ਇਹਦੇ ਵਿੱਚ ਇੱਕ ਜਿਹੜੀ TT ਐਂਟਨੀ ਵਰਸਸ ਕੇਰਲਾ, ਇਹਦੇ ਵਿੱਚ ਇੱਕ ਸਟੇਟਮੈਂਟ ਆਈ ਸੀ ਕੇਰਲਾ ਹਾਈ ਕੋਰਟ ਦੀ ਕਿ ਕਿਸੇ ਵੀ ਦੋਸ਼ ਨੂੰ ਲੈ ਕੇ 2 ਪਰਚੇ ਦਰਜ ਨਹੀਂ ਹੋ ਸਕਦੇ। ਪਰ ਜੇ ਹੁਣ ਅਸੀਂ ਇਹ ਗੱਲ ਕਹਿੰਦੇ ਆ, ਅਸੀਂ ਤਾਂ ਬਿਲਕੁਲ ਇਹ ਗੱਲ ਕਹਿੰਦੇ ਆ ਕਿ ਬੰਡੈਂਟਾ ਚੱਲ ਰਿਹਾ। 2017 ਤੋਂ ਬਾਅਦ 5 ਸਾਲ ਕਾਂਗਰਸ ਦੀ ਸਰਕਾਰ ਰਹੀ, ਕਿਉਂ ਇਹ ਜ਼ਰੂਰਤ ਪਈ ਵੀ ਮਗਰਲੇ 1-1.5 ਮਹੀਨੇ ਦੇ ਵਿੱਚ ਹੀ 3 DGP ਬਦਲ ਕੇ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ, ਨਵਜੋਤ ਸਿੰਘ ਸਿੱਧੂ ਤੇ CM ਸਾਹਿਬ ਦਾ ਸਾਰਾ ਜ਼ੋਰ ਇਸ ਗੱਲ ਤੇ ਲੱਗਾ ਰਿਹਾ ਕਿ ਅਸੀਂ ਬਿਕਰਮ ਸਿੰਘ ਮਜੀਠੀਏ ਨੂੰ ਅੰਦਰ ਦੇ ਦਈਏ, ਔਰ ਉਹਦਾ ਜਿਹੜਾ ਪੋਲੀਟੀਕਲ ਫਾਇਦਾ ਹੈ ਅਸੀਂ ਉਹਨੂੰ ਬਦਨਾਮ ਕਰੀਏ, ਜਿਹਦੇ ਨਾਲ ਵਿਕਰਮ ਤੇ ਬਦਨਾਮ ਹੋਏਗਾ, ਸ਼੍ਰੋਮਣੀ ਅਕਾਲੀ ਦਲ ਵੀ ਬਦਨਾਮ ਹੋਏਗਾ, ਤੇ ਅਸੀਂ ਇਹਨਾਂ ਨੂੰ ਅੰਦਰ ਦੇ ਕੇ ਇੱਕ ਪੋਲੀਟੀਕਲ ਫਾਇਦਾ ਆਪਣੀ ਜਿਹੜੀ ਨਵੀਂ ਦੁਬਾਰਾ ਸਰਕਾਰ ਬਣਾਉਣ ਦੇ ਲਈ ਲੈ ਲਈਏ। ਪਰ ਇਹ ਜਿਹੜੀਆਂ ਸਾਰੀਆਂ ਗੱਲਾਂ, ਕਈ ਜਿਹੜੇ ਅਫਸਰ, ਮਿਆਰੀ ਅਫਸਰ ਸੀਗੇ, ਉਹਨਾਂ ਨੇ ਇਸ ਗੱਲ ਨੂੰ ਡਿਨਾਈ ਵੀ ਕੀਤਾ ਕਿ ਅਸੀਂ ਇਹ ਕੰਮ ਨਹੀਂ ਕਰ ਸਕਦੇ। ਅਟਾਰਨੀ ਜਨਰਲ ਨੇ ਉਸ ਵੇਲੇ ਡਿਨਾਈ ਕੀਤਾ, ਅਟਾਰਨੀ ਜਨਰਲ ਬਦਲੇ ਗਏ। ਇਹ ਸਾਰਾ ਕੁਝ ਕਰਨ ਤੋਂ ਬਾਅਦ ਸਿਰਫ ਤੇ ਸਿਰਫ ਪੋਲੀਟੀਕਲ ਫਾਇਦਾ ਲੈਣ ਲਈ
ਉਸ ਵੇਲੇ ਜਿਹੜੇ ਮੈਂ ਨਾਂ ਲਿਆ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ, ਆਪਣੇ ਸਿੱਧੂ ਸਾਹਿਬ ਜਿਹੜੇ ਅੱਜ ਕੱਲ ਉਹ ਵੀ ਜੇਲ੍ਹ 'ਚ ਨੇ, ਉਸੇ ਜੇਲ੍ਹ 'ਚ ਪਟਿਆਲੇ ਬੰਦ ਨੇ, ਔਰ ਸੀਐਮ ਸਾਹਿਬ ਚੰਨੀ ਸਾਹਿਬ ਨੇ, ਇਹ ਸਾਰੀ ਪਲੈਨਿੰਗ ਜਿਹੜੀ ਸੀ ਉਹ ਪੋਲੀਟੀਕਲ ਫਾਇਦੇ ਲਈ ਲਈ ਸੀ। ਔਰ ਕਿਤੇ ਨਾ ਕਿਤੇ ਇਸ ਪੱਖੋਂ ਦੇਖਿਆ ਜਾ ਰਿਹਾ ਸੀ ਕਿ ਅਸੀਂ ਸਰਕਾਰ ਦੁਆਰਾ ਰਿਪੀਟ ਕਰ ਲਾਂਗੇ। ਪਰ ਇਹ ਜਿਹੜੀਆਂ ਗੱਲਾਂ ਸਾਰੀਆਂ ਅੱਜ ਮੇਰੇ ਤੋਂ ਪਹਿਲਾਂ ਵਕੀਲ ਸਾਹਿਬ ਨੇ ਕੀਤੀਆਂ, ਬਿਲਕੁਲ ਬਹੁਤ ਵੱਡੀਆਂ ਟਿੱਪਣੀਆਂ ਮਾਨਯੋਗ ਹਾਈ ਕੋਰਟ ਨੇ ਕੀਤੀਆਂ ਨੇ। ਉਹ ਜਿਹੜੀਆਂ ਟਿੱਪਣੀਆਂ ਮੇਰੇ ਤੋਂ ਪਹਿਲਾਂ ਇਹ ਬੋਲ ਚੁੱਕੇ ਨੇ, ਮੈਂ ਸਫੇ ਵਾਈਜ਼ ਜੇ ਬਰੀਕੀ 'ਚ ਨਾ ਜਾਵਾਂ, ਤੇ ਮੈਂ ਸਮਝਦਾ ਸਰਕਾਰ ਦੇ ਜਿਹੜੀ ਉਸ ਵੇਲੇ ਦੀ ਸਰਕਾਰ ਸੀ ਜਾਂ ਜਿਹੜੀ ਮੌਜੂਦਾ ਸਰਕਾਰ ਕੇਸ ਲੜ ਰਹੀ ਸੀ, ਇਹਨਾਂ ਲਈ ਇੱਕ ਬਹੁਤ ਵੱਡੀ ਨਸੀਹਤ ਹੈ ਕਿ ਜਿਹੜਾ ਅਜਿਹੇ ਕੰਮ ਨੇ ਉਹ ਨਾ ਕਰੋ। ਪੋਲੀਟੀਕਲ ਲੈਵਲ ਤੇ ਠੀਕ ਹੈ, ਆਪਾਂ ਇੱਕ ਦੂਜੇ ਦੇ ਵਿਰੋਧੀ ਹਾਂ, ਵੋਟਾਂ 'ਚ ਹਿੱਸਾ ਲੈਂਦੇ ਹਾਂ, ਲੜਦੇ ਹਾਂ, ਸਰਕਾਰਾਂ ਬਣਦੀਆਂ ਨੇ, ਆਉਂਦੀਆਂ ਨੇ, ਜਾਂਦੀਆਂ ਨੇ, ਪਰ ਅਜਿਹੀ ਨੀਚ ਗਿਰੀ ਹੋਈ ਹਰਕਤ ਜਿਹੜੀ ਆ, ਵਿਕਰਮ ਮਜੀਠੀਆ ਦੇ ਮੈਂ ਵੀ ਬੜਾ ਸਮਾਂ ਨੇੜੇ ਨਾਲ ਰਹਿ ਦੇਖਿਆ, ਉਹ ਇੱਕ ਬੜਾ ਧਾਰਮਿਕ ਵਿਅਕਤੀ ਆ, ਉਹ ਕਦੇ ਅਜਿਹਾ ਕੰਮ, ਮੈਂ ਇਸ ਗੱਲ ਲਈ ਸ਼ਾਦੀ ਦੇਣ ਲਈ ਤਿਆਰ ਹਾਂ ਕਿ ਉਹ ਬੰਦਾ ਇਸ ਤਰ੍ਹਾਂ ਦਾ ਕਦੇ ਵੀ ਕੰਮ ਨਹੀਂ ਕਰ ਸਕਦਾ। ਸੁਖਦੇਵ ਸਿੰਘ ਜੀ, ਜਿਹੜੀ ਤੁਸੀਂ ਗੱਲ ਕਹਿੰਦੇ ਹੋ, ਕਾਂਗਰਸ ਪਾਰਟੀ ਦੇ ਨੁਮਾਇੰਦੇ ਸਾਡੇ ਨਾਲ ਐਡਵੋਕੇਟ ਅਰਸ਼ਪ੍ਰੀਤ ਸਿੰਘ ਖੜਿਆਲ ਸਾਹਿਬ ਨੇ, ਉਹਨਾਂ ਦੀ ਟਿੱਪਣੀ ਲਈਏ ਤੁਹਾਡੇ ਜਵਾਬ ਦੇ ਵਿੱਚ। ਖੜਿਆਲ ਸਾਹਿਬ ਕੀ ਕਹੋਗੇ? ਪਹਿਲੀ ਗੱਲ ਤਾਂ ਵਾਲੀਆ ਸਾਹਿਬ ਮੈਂ ਸਪਸ਼ਟ ਕਰਦਾ ਵੀ ਜੋ ਲੋਕ ਬਹੁਤ ਖੁਸ਼ ਹੋ ਰਹੇ ਹੈ ਉਹ ਜਾਂ ਤਾਂ ਬੜੇ ਆਪਟਿਮਿਸਟਿਕ ਨੇ, ਬੜੇ ਪੋਜ਼ਿਟਿਵ ਚੱਲਦੇ ਹੈ, ਜਾਂ ਫਿਰ ਉਹਨਾਂ ਨੂੰ ਥੋੜਾ ਜਿਹਾ ਛੋਟਾ ਜਿਹਾ ਭੁਲੇਖਾ, ਮੈਂ ਉਹ ਭੁਲੇਖਾ ਹੈ ਉਹ ਇਹ ਹੈ, ਉਹਨਾਂ ਨੂੰ ਐ ਲੱਗ ਰਿਹਾ ਵੀ ਕੇਸ ਜਾਂ ਤਾਂ ਖਤਮ ਹੋ ਗਿਆ, ਬਾਇਜ਼ਤ ਬਰੀ ਹੋ ਗਏ, ਜਾਂ ਕੇਸ ਖਾਰਜ ਹੋ ਗਿਆ ਜਾਂ ਕੁਆਸ਼ ਹੋ ਗਿਆ। ਲੇਕਿਨ ਹੋਇਆ ਕੀ ਹੈ, ਇੱਕ ਬੇਲ ਹੋਈ ਹੈ, ਉਹ ਵੀ 6 ਮਹੀਨੇ ਅੰਦਰ ਲਾ ਕੇ ਐਨਡੀਪੀਐਸ ਕੇਸ ਦੇ ਵਿੱਚ। ਮਜੀਠੀਆ ਸਾਹਿਬ ਕੋਈ ਜੰਗ ਤਾਂ ਜਿੱਤ ਕੇ ਨਹੀਂ ਆਏ, ਇੱਕ ਡਰੱਗਸ ਦੇ ਕੇਸ ਵਿੱਚ, ਨਾਰਕੋਟਿਕਸ ਦੇ ਕੇਸ ਦੇ ਵਿੱਚ ਉਹਨਾਂ ਨੂੰ ਬੇਲ ਮਿਲੀ ਹੈ ਬਹੁਤ ਟਾਈਮ ਲਾ ਕੇ। ਜਦੋਂ ਐਂਟੀਸਪੇਟਰੀ ਬੇਲਸ ਵੀ ਰਿਜੈਕਟ ਹੋਈਆਂ, ਰੈਗੂਲਰ ਬੇਲ ਵੀ ਰਿਜੈਕਟ ਹੋਈ, ਉਹ ਮੋਹਾਲੀ ਕੋਰਟ ਵੀ ਗਏ ਸੀ ਫੈਬਰੂਰੀ ਦੇ ਵਿੱਚ, ਉੱਥੇ ਰਿਲੀਫ ਕੋਈ ਨਹੀਂ ਮਿਲਿਆ। ਸੁਪਰੀਮ ਕੋਰਟ ਗਏ ਮਈ ਦੇ ਵਿੱਚ, ਉੱਥੇ ਸੁਪਰੀਮ ਕੋਰਟ ਨੇ ਉਹਨਾਂ ਦੀ ਪਲੀ ਸੁਣਨ ਤੋਂ ਵੀ ਇਨਕਾਰ ਕਰਤਾ। ਪੰਜਵਾਂ, ਇਹ ਕੇਸ ਕਹਿੰਦੇ ਬੜਾ ਕਮਜ਼ੋਰ ਹੈ। ਪਹਿਲਾਂ ਤਾਂ ਮੈਂ ਇਹਨਾਂ ਨੂੰ ਦੱਸਦਾ ਕਿ ਇਹ ਜੱਜ, ਜੂਰੀ ਤੇ ਐਗਜ਼ੀਕਿਊਸ਼ਨਰ ਆਪ ਹੀ ਬਣ ਜਾਂਦੇ ਆ ਵੀ ਤੁਸੀਂ ਅਦਾਲਤ ਨੂੰ ਫੈਸਲਾ ਕਰਨ ਦੋ। ਤੇ ਜਿਹੜੇ ਜਿਨ੍ਹਾਂ ਨੂੰ ਲੱਗ ਰਿਹਾ ਹੈ ਕਿ ਇਹ ਆਰਡਰ ਦੇ ਵਿੱਚ ਜੋ ਕਹਿ ਰਹੇ ਨਾ ਆਬਜ਼ਰਵੇਸ਼ਨ ਹੈ ਕੋਰਟ ਦੀ, ਇਹਨਾਂ ਨੂੰ ਮੈਂ ਨੂਪੁਰ ਸ਼ਰਮਾ ਦਾ ਕੇਸ ਯਾਦ ਕਰਾ ਰਿਹਾ, ਥੋੜਾ ਜਿਹਾ ਕਾਨੂੰਨ ਬਾਰੇ ਦੱਸਦਾ। ਨੂਪੁਰ ਸ਼ਰਮਾ ਦੇ ਕੇਸ ਦੇ ਵਿੱਚ ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਸੀਗੀ। ਉਹ ਸੁਪਰੀਮ ਕੋਰਟ ਦੀ ਟਿੱਪਣੀ ਤੋਂ ਬਾਅਦ ਰਿਟਾਇਰਡ ਜੱਜਸ ਨੇ, ਮਿਨਿਸਟਰਸ ਨੇ, ਬਿਊਰੋਕਰੈਟਸ ਨੇ ਵੀ ਟਿੱਪਣੀਆਂ ਕੀਤੀਆਂ ਸੀਗੀਆਂ, ਤੇ ਕਨਕਲੂਜਨ ਉਦੋਂ ਫਿਰ ਤੋਂ ਲੋਕਾਂ ਨੂੰ ਦੱਸਿਆ ਗਿਆ ਸੀਗਾ ਵੀ ਜਿਹੜੀ ਆਬਜ਼ਰਵੇਸ਼ਨ ਹੁੰਦੀ ਹੈ ਉਹਨੂੰ ਕਾਨੂੰਨੀ ਭਾਸ਼ਾ 'ਚ ਓਬੀਟਰ ਡਿਕਟਾ ਵੀ ਕਹਿ ਦਿੰਦੇ ਆ, ਆਬਜ਼ਰਵੇਸ਼ਨ। ਉਹਦਾ ਵਾਲੀਆ ਸਾਹਿਬ ਉਹਨੂੰ ਨਾ ਤਾਂ ਰੈਫਰ ਕੀਤਾ ਜਾ ਸਕਦਾ ਹੁੰਦਾ ਕਿਸੇ ਹੋਰ ਕੇਸ ਦੇ ਵਿੱਚ, ਤੇ ਨਾ ਹੀ ਉਹਦੀ ਕੋਈ ਬੇਅਰਿੰਗ ਹੁੰਦੀ ਹੈ ਕੇਸ ਦੇ ਮੈਰਿਟ ਤੇ, ਵੀ ਕੇਸ ਜੇ ਬੇਲ ਵੀ ਮਿਲ ਜੇ ਉਹਦੀ ਵੀ ਕੋਈ ਬੇਅਰਿੰਗ ਨਹੀਂ ਹੁੰਦੀ ਕੇਸ ਦੇ ਮੈਰਿਟ ਤੇ। ਬੇਲ ਤਾਂ, ਜ਼ਮਾਨਤ ਤਾਂ, ਮਰਡਰ ਕੇਸ ਵੀ ਮਿਲ ਜਾਂਦੀ ਹੈ ਵਾਲੀਆ ਸਾਹਿਬ, ਮੈਂ ਬਹੁਤ ਕਰਾਈਆਂ ਵੀ ਹੈ ਤੇ ਮੈਂ ਬਹੁਤ ਡਿਸਮਿਸ ਵੀ ਕਰਾਈ ਹੈ। ਸੋ ਦੇਅਰਫੋਰ ਇਹ ਅੰਦਰ ਨਾ ਜਾਂਦੇ ਜੇ ਕੇਸ ਕਮਜ਼ੋਰ ਹੁੰਦਾ, ਜੇ ਕੇਸ ਤੱਥ ਨਾ ਹੁੰਦੇ 6 ਮਹੀਨੇ ਉਹਨਾਂ ਨੂੰ ਅੰਦਰ ਨਾ ਲਾਉਣੇ ਪੈਂਦੇ। ਦੂਜੀ ਗੱਲ ਮੈਂ ਦੱਸਦਾ, ਇੱਕ ਹੁੰਦੀ ਹੈ ਰੇਸ਼ੋ ਡੈਸੀਡੈਂਡਾ ਹੈ, ਜਿਹੜਾ ਆਰਡਰ ਹੈ ਨਾ ਵਾਲੀਆ ਸਾਹਿਬ 36 ਤੋਂ 29 ਪੇਜ ਦੇ ਵਿੱਚ ਕਿਤੇ ਹੈ, ਤੇ ਉਹ ਪੂਰਾ ਜਿਹੜਾ ਹੈ ਉਹ ਪੂਰਾ ਉਹ ਰੇਸ਼ੋ ਡੈਸੀਡੈਂਡਾ ਨਹੀਂ ਹੈ, ਜਿਹੜਾ ਪਹਿਰਾ ਹੋਊਗਾ ਉਹਦੇ ਵਿੱਚ ਇੱਕ, ਉਹ ਪਹਿਰੇ ਨੂੰ ਜੇ ਚੰਗੀ ਤਰ੍ਹਾਂ ਪੜੋਗੇ ਸਿਰਫ ਉਹ ਰੈਲੇਵੈਂਟ ਹੈ, ਉਹਨੂੰ ਅੱਗੇ ਰੈਫਰ ਕੀਤਾ ਜਾ ਸਕਦਾ ਹੈ, ਆਬਜ਼ਰਵੇਸ਼ਨ ਨੂੰ ਨਹੀਂ ਰੈਫਰ ਕੀਤਾ ਜਾ ਸਕਦਾ, ਕਿਉਂਕਿ ਉਹ ਸਿਰਫ ਓਪੀਨੀਅਨ ਹੈ ਕੋਰਟ ਦਾ ਸੁਣਦੇ ਹੋਏ। ਉਹਦਾ ਕੇਸ ਦੇ ਮੈਰਿਟ ਦੇ ਨਾਲ ਦੂਰ ਦੂਰ ਤੱਕ ਕੋਈ ਤਾਲੁਕਾਤ ਨਹੀਂ, ਇਹ ਕਾਨੂੰਨ ਕਹਿੰਦਾ, ਲਾਅ ਆਫ ਦ ਲੈਂਡ ਕਹਿੰਦਾ। ਦੂਜੀ ਗੱਲ, ਮੈਂ ਇਹਨਾਂ ਨੂੰ ਇਹ ਵੀ ਗੱਲ ਦੱਸਦਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਆਈ, ਮਜੀਠੀਆ ਸਾਹਿਬ ਬਾਹਰ ਆ ਗਏ। ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਸੀ, ਮਜੀਠੀਆ ਸਾਹਿਬ ਅੰਦਰ ਗਏ ਸੀ, ਕਿਉਂਕਿ ਇਹਨਾਂ ਨੇ ਪਹਿਲਾਂ ਮਾਫੀ ਵੀ ਮੰਗੀ ਮਜੀਠੀਆ ਸਾਹਿਬ ਤੋਂ ਐਲੀਗੇਸ਼ਨ ਲਾ ਕੇ, ਤੇ ਉਹ ਤੋਂ ਬਾਅਦ ਆਮ ਆਦਮੀ ਪਾਰਟੀ ਦੇ 5 ਮਹੀਨਿਆਂ ਦੇ ਵਿੱਚ ਦੇਖੋ ਨਾ ਜ਼ਮਾਨਤ ਹੋ ਗਈ, ਬਿਕੋਜ਼ ਏਜੀ ਆਫਿਸ ਚੇਂਜ ਹੁੰਦਾ ਹੈ। ਹਾਈ ਕੋਰਟ ਦੇ ਵਿੱਚ ਜਿਹੜੀ ਹੈ ਬਹਿਸ ਹੋਈ ਹੈ, ਪਹਿਲਾਂ ਵੀ ਹੋ ਰਹੀ ਸੀ ਤੇ ਜ਼ਮਾਨਤ ਮਿਲੀ ਹੈ। ਸੋ ਦੇਅਰਫੋਰ ਮੈਨੂੰ ਜੋ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਨੇ ਆਪਣੀ ਜ਼ਿੰਮੇਵਾਰੀ ਨਹੀਂ ਚੰਗੀ ਤਰ੍ਹਾਂ ਨਿਭਾਈ। ਇਹਦਾ ਪਹਿਲਾਂ ਵੀ ਜਦੋਂ FIR ਹੋਈ ਸੀ ਮਜੀਠੀਆ ਸਾਹਿਬ ਦੇ ਖਿਲਾਫ, ਕਹਿੰਦੇ ਸੀ FIR ਗਲਤ ਹੋਈ ਹੈ। ਸੋ ਆਮ ਆਦਮੀ ਪਾਰਟੀ ਨੂੰ ਵੀ ਐਕਸਪੋਜ਼ ਹੁੰਦੇ ਲੋਕ ਇੱਥੇ ਦੇਖ ਸਕਦੇ ਆ। ਚੌਥੀ ਗੱਲ ਇਹ ਹੈ 25, 27A ਤੇ 29 NDPS ਐਕਟ ਲੱਗਿਆ, ਬਹੁਤ ਸੀਰੀਅਸ ਆਫੈਂਸਸ ਹੈ ਵਾਲੀਆ ਸਾਹਿਬ। ਡਿਟੇਲ ਦੇ ਵਿੱਚ ਮੈਂ ਨਹੀਂ ਜਾਊਂਗਾ ਬਿਕੋਜ਼ ਮੈਨੂੰ ਲੱਗਦਾ ਜਿਹੜੇ ਵਕੀਲ ਸਾਹਿਬ ਨੇ ਉਹ ਆਲਰੇਡੀ ਚਲੇ ਗਏ, ਢਿੱਲੋਂ ਸਾਹਿਬ। ਦੂਜਾ ਇਹ ਹੈ ਕਿ 2 ਲੱਖ ਰੁਪਏ ਦਾ ਜਿਹੜਾ ਬੌਂਡ ਹੈ, ਪਹਿਲਾਂ ਤਾਂ ਬੌਂਡ ਜਿਹੜੇ ਸਿਕਿਉਰਿਟੀ ਬੌਂਡਸ ਹੈ 2 ਲੱਖ ਹੈ, ਉਸ ਤੋਂ ਬਾਅਦ ਪਾਸਪੋਰਟ ਜਮ੍ਹਾਂ ਕਰਾਉਣਾ ਪਊਗਾ।
ਬਾਹਰ ਜਾਣ ਤੋਂ ਪਹਿਲਾਂ ਕੋਰਟ ਦੇ ਨੌਲੇਜ ਦੇ ਵਿੱਚ, ਉਹਨਾਂ ਦੇ ਧਿਆਨ ਦੇ ਵਿੱਚ ਲਿਆਉਣਾ ਪਊਗਾ, ਮਨਜ਼ੂਰੀ ਲੈਣੀ ਪਊਗੀ, ਅਦਰਵਾਈਜ਼ ਨਹੀਂ ਜਾ ਸਕਦੇ। ਉਦੋਂ ਹੁੰਦਾ ਹੈ ਜਦੋਂ ਕੇਸ ਰੈਲੇਵੈਂਟ ਹੋਵੇ, ਜਦੋਂ ਕੇਸ ਮਟੀਰੀਅਲ ਹੋਵੇ, ਇਮਟੀਰੀਅਲ ਨਾ ਹੋਵੇ। ਸੋ ਦੇਅਰਫੋਰ ਮੈਂ ਇਹੀ ਅਪੀਲ ਕਰੂੰਗਾ ਸ਼੍ਰੋਮਣੀ ਅਕਾਲੀ ਦਲ ਨੂੰ ਕਿ ਜੇ ਮਜੀਠੀਆ ਸਾਹਿਬ ਬਾਹਰ ਵੀ ਆ ਗਏ, ਜੋ ਸ਼੍ਰੋਮਣੀ ਅਕਾਲੀ ਦਲ ਦਾ ਹਾਲ ਹੈ, ਮੈਂ ਥੋੜਾ ਪੋਲੀਟੀਕਲ ਵੀ ਦੱਸਦਾ ਕਿ ਤੁਹਾਡੀਆਂ ਜਿਹੜੀ ਐਗਜ਼ਿਸਟੈਂਸ ਹੈ, ਤੁਹਾਡੀ ਕਮੇਟੀ ਬਣ ਰਹੀ ਹੈ, ਵਿਰੋਧ ਹੋ ਰਿਹਾ ਹੈ, ਰਿਵੋਲਟ ਹੋ ਰਿਹਾ ਹੈ, ਪਾਰਟੀ ਟੁੱਟ ਰਹੀ ਹੈ, ਮਤਭੇਦ ਨਹੀਂ ਹੈ, ਉਹ ਖਿਲਰ ਚੁੱਕੀ ਹੈ ਪਾਰਟੀ, ਇਹ ਪਤਾ ਲੱਗ ਰਿਹਾ ਹੈ। ਸੋ ਇੱਕ ਬੰਦੇ ਦੇ ਆਉਣ ਨਾਲ ਵਾਪਸ ਨਹੀਂ ਆਊ ਪਾਰਟੀ। ਜੋ ਅਕਾਲੀ ਦਲ ਨੇ ਕਿਹਾ ਸੀਗਾ ਵੀ ਜਿਹੜਾ ਬੇਅਦਬੀ ਕਰਨ ਵਾਲੇ ਕੁਝ ਨਹੀਂ ਰਹੂਗਾ, ਅੱਜ ਅਕਾਲੀ ਦਲ ਨੇ ਉਹ ਆਪਦਾ ਹਾਜ਼ਰ ਕਰ ਲਿਆ। ਗਿਆਲ ਸਾਹਿਬ, ਅੱਜ ਆਪਾਂ ਮੁੱਦੇ ਤੇ ਰਹਿਣਾ। ਇਹ ਆਪਾਂ ਬਹੁਤ ਵਾਰ ਗੱਲ ਕੀਤੀ ਹੈ ਵੀ ਸ਼੍ਰੋਮਣੀ ਅਕਾਲੀ ਦਲ ਦਾ ਅੰਦਰੂਨੀ ਸੰਕਟ ਕੀ ਹੈ। ਹਾਲਾਂਕਿ ਸਰਦਾਰ ਸੁਖਦੇਵ ਸਿੰਘ ਕਹਿੰਦੇ ਸਾਡੇ ਕੋਈ ਸੰਕਟ ਨਹੀਂ। ਸਰੀਨ ਸਾਹਿਬ ਕੀ ਕਹੋਗੇ? ਦੇਖੋ ਵਾਲੀਆ ਜੀ, ਮੈਂ ਤਾਂ ਇਹ ਕਹਿਣਾ ਚਾਹੁੰਦਾ ਕਿ ਅੱਜ ਜਿਹੜੀ ਬੇਲ ਹੋਈ ਹੈ, ਇੱਕ ਕੋਰਟ ਦਾ ਫੈਸਲਾ ਹੈ ਔਰ ਇਹ ਫੈਸਲਾ ਕੋਈ ਜਲਦਬਾਜ਼ੀ 'ਚ ਨਹੀਂ ਹੋਇਆ। ਸਰਕਾਰ ਕੋਲ ਪੂਰਾ ਟਾਈਮ ਸੀ ਆਪਣਾ ਪੱਖ ਰੱਖਣ ਦਾ, ਪੁਲਿਸ ਦੇ ਕੋਲ ਆਪਣਾ ਪੂਰਾ ਟਾਈਮ ਸੀ ਪੱਖ ਰੱਖਣ ਦਾ। ਅੱਜ ਪੂਰਾ ਪੱਖ ਰੱਖਣ ਦਾ ਟਾਈਮ ਮਿਲਣ ਦੇ ਬਾਵਜੂਦ ਵੀ ਜੇ ਇਹ ਜੇ ਕੋਈ ਆਰਡਰ ਆਇਆ ਕਿ ਸਬੂਤ ਨਹੀਂ ਹੈ, ਇਹ ਸਰਕਾਰ ਦੇ ਸਵਾਲ ਤੇ ਪੁਲਿਸ ਦੀ ਕਾਰਗੁਜ਼ਾਰੀ ਤੇ ਵੀ ਕੁਐਸਚਨ ਮਾਰਕ ਲਗਾਉਂਦਾ ਹੈ। ਦੇਖੋ, ਅਸੀਂ ਤਾਂ ਇਹ ਕਹਿੰਦੇ ਆ ਕਿ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਔਰ ਆਮ ਆਦਮੀ ਪਾਰਟੀ ਸਿਰਫ ਨਸ਼ੇ ਨੂੰ ਲੈ ਕੇ ਦੁਹਾਈ ਦਿੰਦੀਆਂ ਰਹੀਆਂ, ਪਰ ਲੋਕਾਂ ਨੂੰ ਨਸ਼ੇ ਤੋਂ ਮੁਕਤੀ ਨਹੀਂ ਮਿਲੀ। ਜੇ ਕਾਂਗਰਸ ਦੀ ਸਰਕਾਰ ਸੀ ਤਾਂ 130 ਲੋਕ ਜ਼ਹਿਰੀਲੀ ਸ਼ਰਾਬ ਨਾਲ ਮਰੇ, ਹੋਰ ਮਰਦੇ ਰਹੇ। ਜੇ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਹਰ ਰੋਜ਼ ਨਸ਼ੇ ਨਾਲ, ਮੈਂ ਸਮਝਦਾ ਨਸ਼ੇ ਦੇ ਉੱਤੇ ਜ਼ਿਆਦਾ ਰਾਜਨੀਤੀ ਹੋ ਰਹੀ ਹੈ, ਲੋਕਾਂ ਨੂੰ ਸੁਵਿਧਾ ਦੇਣ ਵਾਲਾ ਕੰਮ ਨਹੀਂ ਹੋ ਰਿਹਾ। ਔਰ ਅੱਜ ਜਿਹੜਾ ਇਹ ਫੈਸਲਾ ਆਇਆ, ਦੇਖੋ ਸਭ ਨੂੰ ਮੰਨਨੇ ਹੈ, ਕੋਰਟ ਨੇ ਜਿਹੜਾ ਫੈਸਲਾ ਦਿੱਤਾ ਹੈ ਉਹ ਕੋਈ ਇਹਦੇ ਵਿੱਚ ਕਹਿਣਾ ਕਿੰਤੂ ਪਰੰਤੂ ਸਾਡੇ ਖੜਿਆਲ ਸਾਹਿਬ ਇਹ ਦੱਸ ਰਹੇ ਸੀ ਕਿ ਉਹਨਾਂ ਨੂੰ ਜੀ ਪਾਸਪੋਰਟ ਜ਼ਬਤ ਕਰਾਉਣਾ ਪਏਗਾ, ਉਹਨਾਂ ਨੂੰ ਇਹ ਕਰਾਉਣਾ ਪਏਗਾ। ਇਹ ਵੈਲ ਸੈਟਲਡ ਲਾਅ ਹੈ। ਕਿਸੇ ਦੇ ਉੱਤੇ ਹਾਲਾਤ ਜਿਹੜੇ ਹੈ ਦਿਨ ਪ੍ਰਤੀ ਦਿਨ ਖਰਾਬ ਹੁੰਦੇ ਜਾ ਰਹੇ ਆ ਔਰ ਇਹ ਆਮ ਆਦਮੀ ਪਾਰਟੀ ਔਰ ਕਾਂਗਰਸ ਪਾਰਟੀ ਸਿਰਫ ਔਰ ਸਿਰਫ ਰਾਜਨੀਤੀ ਕਰ ਰਹੀ ਹੈ, ਜਿਹਦੇ ਨਾਲ ਪੰਜਾਬ ਦਾ ਵੀ ਨੁਕਸਾਨ ਹੋ ਰਿਹਾ ਹੈ, ਪੰਜਾਬ ਦੇ ਪੈਸੇ ਦਾ ਵੀ ਨੁਕਸਾਨ ਹੋ ਰਿਹਾ ਹੈ ਔਰ ਪੰਜਾਬ ਦੇ ਲੋਕ ਜਿਹੜੇ ਇਹਦੇ ਨਾਲ ਸਫਰ ਕਰ ਰਹੇ। ਜੀ ਸਰੀਨ ਸਾਹਿਬ, ਜਿਹੜੀ ਗੱਲ ਤੁਸੀਂ ਕਹੀ ਹੈ ਕਿ ਸਰੀਨ ਸਾਹਿਬ ਨੂੰ ਇੱਕ ਸਵਾਲ ਪੁੱਛਣਾ ਵਾਲੀਆ ਸਾਹਿਬ, ਜੇ ਤੁਹਾਨੂੰ ਠੀਕ ਲੱਗੇ। ਜੀ ਹਾਂਜੀ ਖੜਿਆਲ ਸਾਹਿਬ ਕੀ ਕਹਿਣਾ ਚਾਹੁੰਦੇ? ਮੈਨੂੰ ਬੜਾ ਅੱਛਾ ਲੱਗਿਆ ਸਰੀਨ ਸਾਹਿਬ ਤੇ ਬੀਜੇਪੀ ਮਜੀਠੀਆ ਸਾਹਿਬ ਦੀ ਸਟੈਂਡ ਲੈ ਰਹੀ ਹੈ। ਸਰੀਨ ਸਾਹਿਬ ਇੱਕ ਗੱਲ ਦੱਸ ਦਿਓ, ਮਜੀਠੀਆ ਸਾਹਿਬ ਇੰਨੀ ਚੰਗੇ ਹੈ, ਇੰਨੀ ਸੱਚੇ ਹੈ, ਤੇ ਮੋਦੀ ਸਾਹਿਬ ਨਾਲ ਇੱਕ ਵੀ ਫੋਟੋ ਕਿਉਂ ਨਹੀਂ ਉਹਨਾਂ ਦੀ ਸਟੇਜ ਤੇ? ਮੋਦੀ ਸਾਹਿਬ ਨਾਲ ਉਹਨਾਂ ਦੀ ਇੱਕ ਵੀ ਫੋਟੋ ਦਿਖਾ ਦਿਓ ਸਟੇਜ ਤੇ, ਇੱਕ ਫੋਟੋ ਮੋਦੀ ਸਾਹਿਬ ਨਾਲ ਮੈਨੂੰ ਦਿਖਾ ਦਿਓ ਮਜੀਠੀਆ ਸਾਹਿਬ ਦੀ ਸਟੇਜ ਤੇ। ਜਦੋਂ ਮੋਦੀ ਸਾਹਿਬ ਆਉਂਦੇ ਸੀਗੇ ਅਲੈਜਿਡਲੀ, ਇਹ ਆਪਣਾ ਮਜੀਠੀਆ ਸਾਹਿਬ ਸਟੇਜ ਤੇ ਨਹੀਂ ਆ ਸਕੇ ਅੱਜ ਤੱਕ। ਇਹ ਚੀਜ਼ ਮੈਂ ਇਹਨਾਂ ਨੂੰ ਕਹਿ ਰਿਹਾ, ਸਰੀਨ ਸਾਹਿਬ ਮੈਨੂੰ ਇੱਥੇ ਦਿਖਾ ਦੇਣ, ਮੈਂ ਆਪਦਾ ਜਿਹੜਾ ਬਿਆਨ ਹੈ ਵਾਪਸ ਲੈ ਲੂੰਗਾ, ਤੇ ਜੇ ਨਾ ਦਿਖਾ ਸਕੇ ਤਾਂ ਇੱਥੋਂ ਪਤਾ ਲੱਗ ਜੂ ਬੀਜੇਪੀ ਦੇ ਦੌਰੇ ਵਿੱਚ। ਦੇਖੋ ਖੜਿਆਲ ਸਾਹਿਬ, ਫੋਟੋ ਸਾਡੇ ਨਾਲ ਹੈਗੀ, ਇਹਦਾ ਮਤਲਬ ਤੁਸੀਂ ਇਹ ਦੱਸਣਾ ਚਾਹੁੰਦੇ ਹੋ ਕਿ ਬੀਜੇਪੀ ਪਹਿਲਾਂ ਹੀ ਅਲੱਗ ਸੀਗੀ ਨਾ ਉਹਨਾਂ ਤੋਂ? ਦੇਸ਼ ਦੇ ਪ੍ਰਧਾਨ ਮੰਤਰੀ ਅਲਾਇੰਸ ਸੀ, ਤੁਹਾਡੇ ਅਲਾਇੰਸ ਸੀਗੇ, ਅਲਾਇੰਸ ਪਾਰਟਨਰ ਸੀਗੇ। ਪੰਜਾਬ ਕਰਦੇ ਸੀ, ਜਦੋਂ ਪੰਜਾਬ ਸਾਹਿਬ ਕਰਦੇ ਸੀਗੇ, ਇੱਕ ਦਫਾ ਮਜੀਠੀਆ ਸਾਹਿਬ ਵੀ ਨਾਲ ਖੜੇ, ਇੱਕ ਦਫਾ। ਮੈਂ ਇਹ ਗੱਲ ਕਹਿ ਰਿਹਾ ਤੁਹਾਡੇ ਅਲਾਇੰਸ ਪਾਰਟਨਰ ਸੀ, ਕਹਿੰਦੀ ਸਵਾਲ ਸਮਝੋ, ਤੁਹਾਡੇ ਅਲਾਇੰਸ ਪਾਰਟਨਰ ਸੀ ਤੁਹਾਡੇ, ਮੇਰਾ ਸੁਣਦਾ ਲਓ, ਤੁਹਾਡੇ ਇੰਨੇ ਸਾਲਾਂ ਲਈ ਅਲਾਇੰਸ ਪਾਰਟਨਰ ਸੀਗੇ। ਮੋਦੀ ਸਾਹਿਬ ਪੰਜਾਬ ਚ ਆ ਕੇ ਰੈਲੀਜ਼ ਕਰਦੇ ਸੀ, ਸ਼ੋਜ਼ ਕਰਦੇ ਸੀਗੇ, ਕੈਂਪੇਨਸ ਕਰਦੇ ਸੀਗੇ, ਕਿਉਂ ਨਹੀਂ ਇੱਕ ਵਾਰੀ ਵੀ ਮਜੀਠੀਆ ਸਾਹਿਬ ਆਏ ਉੱਥੇ? ਕਿ ਆ ਨਹੀਂ ਸਕੇ? ਜੇ ਇੱਕ ਵਾਰੀ ਨਹੀਂ ਆਏ ਤਾਂ ਦਿਖਾ ਦਿਓ, ਮੈਂ ਆਪਦਾ ਬਿਆਨ ਵਾਪਸ ਲੈ ਲੂੰਗਾ, ਜਾਂ ਫਿਰ ਐਡਮਿਟ ਕਰ ਲਓ ਵੀ ਦੋਹਰੇ ਮਾਰਕ ਇੱਥੇ ਸਪੋਰਟ ਕਰ ਰਹੇ ਹੋ। ਖੜਿਆਲ ਸਾਹਿਬ, ਤੁਹਾਡਾ ਸਵਾਲ 'ਚ ਤੁਹਾਡੇ ਕੋਲ ਜਵਾਬ, ਤੁਹਾਨੂੰ ਪਤਾ ਕੋਈ ਸਵਾਲ ਨਹੀਂ ਹੈ, ਜਵਾਬ ਨਹੀਂ। ਇਹ ਆਮ ਆਦਮੀ ਪਾਰਟੀ ਜਿਹੜੀ ਅਕਾਲੀ ਦਲ ਆ ਉਹਨੇ ਦੇਖਣਾ ਸਾਡੇ ਕੋਲ ਆਣਾ ਹੀ ਨਹੀਂ ਆਣਾ। ਤੁਸੀਂ ਇਹ ਦੱਸੋ ਕਿ ਤੁਹਾਡੇ ਕੋਲ ਸਬੂਤ ਕਿਉਂ ਨਹੀਂ ਪੇਸ਼ ਹੋ ਸਕੇ? ਤੁਸੀਂ ਪਰਚੇ ਦਰਜ ਕੀਤੇ, ਤੁਸੀਂ ਰਿਮਾਂਡ ਕਿਉਂ ਨਹੀਂ ਲਿੱਤਾ? ਸਰੀਨ ਸਾਹਿਬ ਤੁਸੀਂ ਆਪਣੀ ਗੱਲ ਜਿਹੜੀ ਕਹੀ ਹੈ, ਲੇਕਿਨ ਖੜਿਆਲ ਸਾਹਿਬ ਦਾ ਇੱਕ ਜਿਹੜਾ ਜਵਾਬ ਹੋ ਸਕਦਾ ਸੀ ਕਿ ਜਦੋਂ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ ਫਿਰੋਜ਼ਪੁਰ ਰੈਲੀ ਤੋਂ ਵਾਪਸ ਜਾਣਾ ਪਿਆ, ਉਦੋਂ ਜੇ ਕੋਈ ਹੱਕ 'ਚ ਬੋਲਿਆ ਅਕਾਲੀਆਂ ਚੋਂ ਤਾਂ ਬਿਕਰਮ ਸਿੰਘ ਮਜੀਠੀਆ ਸੀ। ਉਦੋਂ ਅਸੀਂ ਮੀਡੀਆ ਦੇ ਲੋਕਾਂ ਨੇ ਇਹ ਕਿਆਸ ਰਾਈਆਂ ਲਾਈਆਂ ਸੀ ਕਿ ਮਜੀਠੀਆ ਸਾਹਿਬ ਕਿਤੇ ਭਾਰਤੀ ਜਨਤਾ ਪਾਰਟੀ ਤਾਂ ਨਹੀਂ ਜਾ ਰਹੇ, ਤੇ ਤੁਸੀਂ ਗੱਲਾਂ ਕਰਦੇ ਵੀ ਉੱਥੇ ਨਹੀਂ। ਖੈਰ, ਸਾਡਾ ਜਿਸ ਮੁੱਦੇ ਤੇ ਅਸੀਂ ਚਰਚਾ ਕਰ ਰਹੇ ਹਾਂ, ਇਹ ਚਰਚਾ ਜਾਰੀ ਰੱਖਾਂਗੇ ਇੱਕ ਬ੍ਰੇਕ ਤੋਂ ਬਾਅਦ।
चर्चा चर्चा ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਸਵਾਗਤ। ਐਡਵੋਕੇਟ ਤੇਗਵੀਰ ਸਿੰਘ ਢਿੱਲੋਂ ਸਾਹਿਬ, ਕੀ ਕਹੋਗੇ? ਹੁਣ ਤੁਸੀਂ ਸੁਣ ਲਿਆ ਤਿੰਨੇ ਪੋਲੀਟੀਕਲ ਪਾਰਟੀਆਂ ਨੂੰ, ਹੁਣ ਤੁਹਾਡੀ ਕੀ ਟਿੱਪਣੀਆਂ? ਬਹੁਤ ਬਰੀਫ ਰੱਖਣਾ, ਆਪਾਂ ਸਭ ਕੁਝ ਜਾਣਾ ਹੈ। ਵਾਲੀਆ ਸਾਹਿਬ, ਗੱਲ ਇਹ ਹੈ, ਪੋਲੀਟੀਕਲ ਪਾਰਟੀਆਂ ਦੀ ਸਰਕਾਰਾਂ ਹੀ ਬੀਇੰਗ ਹੋਮ ਮਿਨਿਸਟਰ, ਬੀਇੰਗ ਅ ਸੀਐਮ, ਪੁਲਿਸ, ਸਾਰੇ ਕਿਤੇ ਐਸਐਸਪੀ, ਡੀਜੀਪੀ ਲਾਉਂਦੀਆਂ। ਪੋਲੀਟੀਕਲ ਪਾਰਟੀਆਂ ਦੀਆਂ ਨਲਾਇਕੀਆਂ ਕਰਕੇ ਅੱਜ ਲੋਅਰ ਕੋਰਟਸ, ਆਨਰੇਬਲ ਹਾਈ ਕੋਰਟਸ, ਸੁਪਰੀਮ ਕੋਰਟ, ਇਹ ਪੋਲੀਟੀਕਲ ਪਾਰਟੀ ਦੀਆਂ ਨਲਾਇਕੀਆਂ ਕਰਕੇ ਜਿਹੜੀ ਪ੍ਰੋਪਰ ਇਨਵੈਸਟੀਗੇਸ਼ਨ ਨਹੀਂ ਹੁੰਦੀ, ਪ੍ਰੋਪਰ ਚਲਾਨ ਨਹੀਂ ਪੇਸ਼ ਹੁੰਦਾ, ਤੇ ਉਹਨਾਂ ਕੋਲ ਕੋਈ ਫਾਈਲ ਦੇਖ ਕੇ ਜੱਜ ਸਾਹਿਬ ਕੋਲ ਕੋਈ ਉਹ ਨਹੀਂ ਰਹਿੰਦਾ ਹਿੱਲਾ ਬਰੀ ਕਰਨ ਤੋਂ ਸਿਵਾਏ, ਕਿਉਂਕਿ ਉਹਦੇ 'ਚ ਲਕੂਨੇ ਬਹੁਤ ਹੁੰਦੇ ਨੇ। ਡਿਲੇ, ਸੁਪਰੀਮ ਕੋਰਟ ਦੇ ਬਹੁਤ ਅਥਾਰਟੀਜ਼ ਹੈ, ਡਿਲੇ ਤੇ ਇੰਨੀ ਡਿਲੇ ਕਰੀ ਹੈ। ਕੈਪਟਨ ਅਮਰਿੰਦਰ ਸਿੰਘ ਜੀ ਹੱਥ ਮਿਲਾ ਕੇ ਚੱਲੇ ਅਕਾਲੀਆਂ ਨਾਲ, ਅਕਾਲੀ ਕਾਂਗਰਸਾਂ ਨਾਲ ਹੱਥ ਮਿਲਾ ਕੇ ਚੱਲੇ। 2012 ਚ ਪਰਚੇ ਹੋ ਰਹੇ ਆ, 17 ਚ ਕਨਵਿਕਸ਼ਨ ਹੋ ਰਹੀ ਹੈ, ਤੇ ਇਹਨਾਂ ਦੇ ਪਰਚਾ ਹੋ ਰਿਹਾ 2022 ਤੇ ਆ ਕੇ 10 ਸਾਲ ਬਾਅਦ। ਕਿੱਡੀ ਜ਼ਿਆਦਾ ਡਿਲੇ ਹੈ। ਇੱਥੇ ਜੇ ਆਮ ਬੰਦੇ ਤੋਂ ਕਿਲੋ ਫੀਮ ਫੜੀ ਜਾਵੇ, ਉਹਨੂੰ ਕਹਿੰਦੇ ਕਿੱਥੇ ਲੈ ਕੇ ਆਏ ਹੋ? ਉਹ ਕਹਿੰਦਾ ਮੈਂ ਤਾਂ ਬਾਈ ਜੀ ਅੰਮ੍ਰਿਤਸਰ ਬੰਦਾ ਬੈਠਾ ਸੀ, ਇੱਥੋਂ ਲੈ ਕੇ ਆਇਆ। 24 ਘੰਟੇ ਦੇ ਵਿੱਚ ਡਿਸਕਲੋਜ਼ਰ ਸਟੇਟਮੈਂਟ ਤੇ ਉਸ ਬੰਦੇ ਨੂੰ ਚੱਕ ਲੈਂਦੇ ਨੇ। ਇਹਨਾਂ ਤੋਂ 10 ਸਾਲ ਬੰਦਾ ਨਹੀਂ ਚੱਕਿਆ ਗਿਆ। ਫੇਰ ਹੋ ਗਈ ਇਨਵੈਸਟੀਗੇਸ਼ਨ ਦੀ ਗੱਲ। ਹਰਪ੍ਰੀਤ ਸਿੱਧੂ ਜੀ ਨੇ ਇਨਵੈਸਟੀਗੇਸ਼ਨ, ਬੜੇ ਬਾਕਮਾਲ ਅਫਸਰ ਨੇ, ਕੰਮ ਕਰਦੇ ਨੇ, ਠੀਕ ਹੈ, ਬਟ ਲੂਪਹੋਲ ਹਮੇਸ਼ਾ ਪੁਲਿਸ ਤੋਂ ਰਹਿ ਜਾਂਦੇ ਨੇ, ਠੀਕ ਹੈ। ਜਦੋਂ ਪ੍ਰੋਪਰਲੀ ਗਵਰਨਮੈਂਟ ਇੰਸਪੈਕਟ ਨਹੀਂ ਕਰਦੀ ਤੇ ਕੋਰਟ ਕੋਲ ਕੀ ਹੱਲ ਹੈ? ਮੈਂ ਕਹਿੰਦਾ ਇੱਕ ਹੌਲਦਾਰ ਦਾ ਕਲੰਦਰਾ ਪ੍ਰੋਪਰਲੀ ਬੰਨਿਆ ਹੋਇਆ, ਵਧੀਆ ਚਲਾਨ ਇਨਵੈਸਟੀਗੇਸ਼ਨ ਕਰਕੇ ਕੋਰਟ ਦੇ ਵਿੱਚ ਪੇਸ਼ ਕਰਿਆ ਹੋਇਆ, ਸੁਪਰੀਮ ਕੋਰਟ ਤੱਕ ਨਹੀਂ ਛੁੱਟ ਸਕਦਾ ਉਹ ਬੰਦਾ ਮੁਲਜ਼ਮ। ਇੱਕ ਲਕੂਨੇ ਵਿੱਚ ਛੱਡ ਦਿੰਦੇ ਨੇ। ਫਿਰ ਏਜੀ ਹੋ ਗਏ, ਏਜੀ ਦੀ ਟੀਮ ਹੋਵੇ, ਵੈਦਰ ਇਨ ਹਾਈ ਕੋਰਟ, ਵੈਦਰ ਇਨ ਸੁਪਰੀਮ ਕੋਰਟ, ਪ੍ਰੋਪਰ ਉਹ ਗਵਰਨਮੈਂਟ ਵੱਲੋਂ ਪੈਰਵਾਈ ਨਹੀਂ ਕਰਦੇ। ਉਹ ਫਿਰ ਇਹ ਜੇ 6 ਮਹੀਨੇ ਚ, ਸਾਲ ਚ, 2 ਸਾਲ ਚ ਬੇਲਾਂ ਲੈ ਜਾਂਦੇ ਆ, ਬਾਅਦ ਚ ਬਰੀ ਵਾਲਾ ਮਾਹੌਲ ਵੀ ਬਣਾ ਲੈਂਦੇ ਆ। ਪਰ ਇਹ ਨਲਾਇਕੀ ਸਰਕਾਰਾਂ ਦੀ ਹੈ ਬਿਲਕੁਲ। ਜਿਹੜਾ ਫੈਕਟ ਹੈ ਦੈਟ ਇਜ਼ ਔਨ ਦੀ ਰਿਕਾਰਡ। ਕੈਪਟਨ ਅਮਰਿੰਦਰ ਸਿੰਘ ਨੇ ਤਲਵੰਡੀ ਸਾਬੋ ਦੇ ਖੜ ਕੇ ਆਪਣਾ ਗੁਟਕਾ ਸਾਹਿਬ ਨਾਲ ਆਪਣਾ ਸਹੁੰ ਚੱਕੀ ਸੀ, ਉਦੋਂ ਬਾਅਦ ਪਰਚਾ ਫੇਰ ਨਹੀਂ ਹੋਇਆ। ਨਸ਼ੇ ਅੱਜ ਵੀ ਨੇ।
ਨਸ਼ੇ ਪਹਿਲਾਂ ਵੀ ਸੀ। ਜੀ। ਆਮ ਆਦਮੀ ਪਾਰਟੀ ਵੀ ਕੁਝ ਨਹੀਂ ਕਰਦੀ। ਢਿੱਲੋਂ ਸਾਹਿਬ ਬਿਲਕੁਲ ਤੁਹਾਡੀ ਗੱਲ ਜਿਹੜੀ ਹੈ ਠੀਕ ਹੋ ਸਕਦੇ। ਸੁਖਦੇਵ ਸਿੰਘ ਜੀ, ਸ਼੍ਰੋਮਣੀ ਅਕਾਲੀ ਦਲ। ਜੀ ਦੇਖੋ, ਢਿੱਲੋਂ ਸਾਹਿਬ ਨੇ ਜਿਹੜੀ ਇੱਕ ਗੱਲ ਕੀਤੀ ਹੈ ਕਿ ਸਰਦਾਰ ਹਰਪ੍ਰੀਤ ਸਿੰਘ ਸਿੱਧੂ ਬਹੁਤ ਕਾਬਲ ਅਫਸਰ ਨੇ। ਕਾਂਗਰਸ ਨੂੰ ਕੀ ਲੋੜ ਪਈ ਸੀ ਜਿਸ ਵਿਅਕਤੀ ਦੇ ਪਰਿਵਾਰਕ ਝਗੜੇ ਸਰਦਾਰ ਬਿਕਰਮ ਸਿੰਘ ਮਜੀਠੀਆ ਸਾਹਿਬ ਦੇ ਪਰਿਵਾਰ ਨਾਲ ਚੱਲ ਰਹੇ ਆ, ਅਦਾਲਤਾਂ ਦੇ ਵਿੱਚ ਕੇਸ ਪੈਂਡਿੰਗ ਹੈਗੇ ਆ, ਆਪਸ ਵਿੱਚ ਹੀ ਪਰਿਵਾਰਾਂ ਦੀ ਦੁਸ਼ਮਣੀ ਆ, ਕੀ ਉਸੇ ਹੀ ਅਫਸਰ ਨੂੰ ਲਿਆ ਕੇ ਉਸ ਇਨਵੈਸਟੀਗੇਸ਼ਨ ਟੀਮ ਦਾ ਮੋਹਰੀ ਬਣਾ ਕੇ ਉੱਤੋਂ ਪਰਚਾ ਦਿਵਾਉਣਾ ਜ਼ਰੂਰੀ ਸੀ? ਪਹਿਲਾ ਸਵਾਲ ਤਾਂ ਇੱਥੇ ਹੀ ਖੜਾ ਹੋ ਜਾਂਦਾ ਹੈ ਕਿ ਸਰਦਾਰ ਹਰਪ੍ਰੀਤ ਸਿੰਘ ਸਿੱਧੂ ਨੂੰ ਇਸ ਮੁਕੱਦਮੇ ਦੇ ਉੱਤੇ ਇਸੇ ਹੀ ਕਰਕੇ ਲਾਇਆ ਗਿਆ ਕਿ ਉਹ ਆਪਣੀ ਨਿੱਜੀ ਰੰਜਿਸ਼ ਰੱਖਦਾ, ਨਿੱਜੀ ਖੁੰਦਕ ਰੱਖਦਾ, ਤੇ ਕਾਂਗਰਸ ਨੇ ਸੋਚਿਆ ਕਿ ਸਾਡੇ ਲਈ ਕੰਮ ਕਰਾਉਣਾ ਜਿਹੜਾ ਆ ਉਹ ਬੜਾ ਸੌਖਾ ਹੋ ਜਾਊਗਾ। ਦੂਜੀ ਗੱਲ ਜਿਹੜੀ ਆ ਕੋਈ ਬਹੁਤ ਸਾਰੇ ਜਿਹੜੀ ਇਹਨਾਂ ਨੇ ਪਹਿਲਾਂ ਗੱਲ ਕੀਤੀ ਆ ਵੀ 10 ਸਾਲ ਡਿਲੇ ਹੋਈ। 10 ਸਾਲ ਡਿਲੇ ਕਿਉਂ ਹੋਈ? ਕਿਉਂਕਿ ਕੋਈ ਵੀ ਇੱਕ ਆਪਣੇ ਇਹਨਾਂ ਦੇ ਜਿਹੜੇ ਸੀਗੇ ਸਰਦਾਰ ਨਰਿੰਜਨ ਸਿੰਘ ਈਡੀ ਦੇ ਮਹਾਲੀ ਕੋਰਟ 'ਚ ਅਜੇ ਵੀ ਕੇਸ ਪੈਂਡਿੰਗ ਹੈ, ਚੱਲਦਾ ਪਿਆ, ਅਨੋਖ ਸਿੰਘ ਵਰਸਸ ਈਡੀ। ਉਹਦੇ ਵਿੱਚ ਸਰਦਾਰ ਨਰਿੰਜਨ ਸਿੰਘ ਭਾਵੇਂ ਰਿਟਾਇਰ ਹੋ ਗਏ, ਚਲੋ ਉਹਨਾਂ ਦੀ ਇੱਕ ਸਟੇਟਮੈਂਟ ਹੈ, ਕਿਤੇ ਕਢਾ ਕੇ ਪੜ੍ਹ ਲੈਣ। ਉਹ 'ਚ ਬਿਲਕੁਲ ਸਰਦਾਰ ਨਰਿੰਜਨ ਸਿੰਘ ਨੇ ਇਹ ਗੱਲ ਕਹੀ ਹੈ ਵੀ ਬਿਕਰਮ ਸਿੰਘ ਮਜੀਠੀਆ ਦੀ ਸਾਨੂੰ ਕਿਤੇ ਵੀ ਲੋੜ ਨਹੀਂ ਹੈ, ਕਿਤੇ ਵੀ ਉਹਨਾਂ ਦੇ ਖਿਲਾਫ ਕੋਈ ਸਾਨੂੰ ਅਜਿਹਾ ਸਬੂਤ ਨਹੀਂ ਮਿਲਿਆ ਜਿਹੜਾ ਇਹ ਸਾਬਤ ਕਰੇ ਕਿ ਬਿਕਰਮ ਸਿੰਘ ਮਜੀਠੀਆ ਨੇ ਕੋਈ ਗਲਤ ਕੰਮ ਕੀਤਾ। ਰਿਕਾਰਡਡ ਸਟੇਟਮੈਂਟ ਹੈ, ਕਢਾ ਕੇ ਦੇਖੀ ਜਾ ਸਕਦੀ ਹੈ। ਇਸ ਤੋਂ ਅਗਲੀ ਜਿਹੜੀ ਗੱਲ ਹੈ ਉਹ ਇਹ ਹੈ ਵੀ ਕਿਉਂ ਬਿਕਰਮ ਸਿੰਘ ਮਜੀਠੀਆ ਨੂੰ ਹੀ ਇਸ ਗੱਲ ਲਈ ਟਾਰਗੇਟ ਵਾਰ-ਵਾਰ ਕੀਤਾ ਜਾਂਦਾ ਰਿਹਾ? ਕਿਉਂਕਿ ਸਾਰੀਆਂ ਪੋਲੀਟੀਕਲ ਪਾਰਟੀਆਂ ਜਿਹੜੀਆਂ ਸਾਡੀਆਂ ਵਿਰੋਧੀ ਨੇ ਉਹ ਇਹ ਗੱਲ ਸਮਝਦੀਆਂ ਸੀ ਕਿ ਬਿਕਰਮ ਸਿੰਘ ਮਜੀਠੀਆ ਵਾਹਦ ਇੱਕ ਅਜਿਹਾ ਇਨਸਾਨ ਹੈ ਜਿਹੜਾ ਸਾਰੇ ਪੰਜਾਬ ਦੇ ਨੌਜਵਾਨਾਂ ਨੂੰ ਦਾ ਮਾਰਗਦਰਸ਼ਨ ਹੈ, ਔਰ ਨੌਜਵਾਨ ਉਹਦੀ ਸੇਧ ਲੈ ਕੇ ਚੱਲ ਰਹੇ ਆ, ਔਰ ਕਿਤੇ ਨਾ ਕਿਤੇ ਇਸ ਗੱਲ ਨੂੰ ਪਿੱਛੇ ਕਰਨ ਲਈ ਬਿਕਰਮ ਸਿੰਘ ਮਜੀਠੀਆ ਨੂੰ ਬਦਨਾਮ ਕਰਨ ਲਈ ਵੀ ਇਹ ਇੱਕ ਕੜੀ ਰਹੀ ਹੈ। ਜੀ ਠੀਕ ਹੈ ਸੁਖਦੇਵ ਸਿੰਘ ਜੀ, ਪਰ ਇੱਕ ਗੱਲ ਤਾਂ ਇਹ ਵੀ ਰਹੀ ਹੈ, ਔਨ ਰਿਕਾਰਡ ਹੈ ਕਿ ਜਿਹੜੇ ਨਰਿੰਜਨ ਸਿੰਘ ਦੀ ਤੁਸੀਂ ਟਿੱਪਣੀ ਦੀ ਗੱਲ ਕੀਤੀ ਹੈ, ਉਸੇ ਈਡੀ ਦੇ ਨਰਿੰਜਨ ਸਿੰਘ ਨੇ ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਤੋਂ ਪੁੱਛਗਿੱਛ ਜਲੰਧਰ 'ਚ ਕੀਤੀ ਸੀ। ਉਸ ਤੋਂ ਬਾਅਦ ਉਹਦਾ ਤਬਾਦਲਾ ਕਲਕੱਤੇ ਹੋ ਗਿਆ ਸੀ। ਇਹ ਵੀ ਗੱਲ ਹੈ। ਖੜਿਆਲ ਸਾਹਿਬ ਕੀ ਕਹਿਣਾ ਤੁਹਾਡਾ? ਵਾਲੀਆ ਸਾਹਿਬ, ਇੱਥੇ ਹਜੇ ਵੀ ਪੈਨਲਿਸਟ ਜਿਹੜੇ ਹੈ ਆਬਜ਼ਰਵੇਸ਼ਨ ਤੇ ਟਿੱਪਣੀ ਜਿਹੜੀ ਕੋਰਟ ਦੀ ਉਹਨੂੰ ਕੋਟ ਕਰਨ ਦੀ ਕੋਸ਼ਿਸ਼ ਕਰ ਰਹੇ ਹੈ। ਮੈਂ ਹੁਣ ਜਿਹੜਾ ਆਰਡਰ ਹੈ ਨਾ, ਆਰਡਰ ਕੱਢਿਆ ਹੈ, ਇਹਨਾਂ ਨੂੰ ਦੱਸਦਾ ਮੈਂ ਜ਼ਰਾ ਜਿਹੜੇ ਆਰਡਰ ਦੀ ਗੱਲ ਕਰ ਰਹੇ ਹੈ ਕਿ ਆਰਡਰ ਦੇ ਵਿੱਚ ਹੀ ਨਾ ਅਖੀਰਲਾ ਪੈਰਾਗ੍ਰਾਫ ਕੱਢ ਲਓ। ਉਹਦੇ ਵਿੱਚ ਲਿਖਿਆ ਹੈ nothing stated above shall be construed as a final expression of opinion on the merits of the case and the trial court should proceed independently। मतलब कि जो बेसिकली किया गया है ओपिनियन आपदा दिता गया है जज साहब द्वारा, ਉਹਨੂੰ ਫਾਈਨਲ ਫੈਸਲਾ ਨਾ ਮੰਨਿਆ ਜਾਵੇ, ਆਰਡਰ ਨਾ ਮੰਨਿਆ ਜਾਵੇ, ਤੇ ਟ੍ਰਾਇਲ ਕੋਰਟ ਦੇ ਫੈਸਲੇ ਤੇ ਇਹ ਜਿਹੜਾ ਕੇਸ ਚੱਲੂਗਾ ਉਹ ਤੇ ਇਹਦਾ ਕੋਈ ਇਨਫਲੂਐਂਸ ਨਾ ਹੋਵੇ, ਇਹਦਾ ਕੋਈ ਇੰਪੈਕਟ ਨਾ ਹੋਵੇ, ਤੇ ਇਹਨੂੰ ਇੰਡੀਪੈਂਡੈਂਟਲੀ ਟਰਾਈ ਕੀਤਾ ਜਾਵੇ, ਕੇਸ ਚੱਲੇ। ਸੋ ਜੇ ਹਜੇ ਵੀ ਤੁਸੀਂ ਨਹੀਂ ਸਮਝ ਸਕਦੇ ਤੇ ਫਿਰ ਮੈਂ ਦੇਖੋ ਕੁਝ ਕਰ ਨਹੀਂ ਸਕਦਾ। ਦੂਜੀ ਗੱਲ, ਹੁਣ ਵਾਲੀਆ ਸਾਹਿਬ ਜਿਹੜੇ ਵਾਰ-ਵਾਰ ਉਹੀ ਗੱਲਾਂ ਰਿਪੀਟ ਕਰ ਰਹੇ ਵੀ ਜੀ ਵੈਂਡੇਟਾ ਸੀ ਜੀ, ਗਲਤ ਫਸਾਇਆ ਗਿਆ। ਦੇਖੋ ਜਦੋਂ 6 ਮਹੀਨੇ ਉਹ ਅੰਦਰ ਰਹਿ ਗਏ, ਉਹਨਾਂ ਦੀਆਂ ਐਂਟੀਸਪੇਟਰੀ ਬੇਲਸ, ਰੈਗੂਲਰ ਬੇਲਸ, ਉਹਨਾਂ ਦੀ ਕਿੰਨਾ ਕੁਝ ਉਹਨਾਂ ਨੇ ਸੁਪਰੀਮ ਕੋਰਟ ਤੱਕ ਜਾਏ, ਬੈਸਟ ਆਫ ਦ ਬੈਸਟ, ਬਿਗੇਸਟ ਆਫ ਦ ਬਿਗੇਸਟ ਲਾਇਰਸ ਉਹਨਾਂ ਨੇ ਇੰਗੇਜ ਕਰਕੇ ਦੇਖ ਲਏ, ਰਿਲੀਫ ਨਹੀਂ ਮਿਲਿਆ। ਜਾਂ ਤਾਂ ਅੰਦਰ ਨਾ ਜਾਂਦੇ ਜਾਂ ਜਲਦੀ ਬਾਹਰ ਆ ਜਾਂਦੇ। ਉਹ ਇੰਨਾ ਟਾਈਮ ਤਾਂ ਹੀ ਲੱਗ ਸਕਿਆ ਬਿਕੋਜ਼ ਸਟਰੋਂਗ ਹੈ ਕੇਸ ਦੇ ਵਿੱਚ ਤੱਥ ਨੇ, ਕੇਸ ਦੇ ਵਿੱਚ ਸੱਚਾਈ ਹੈ, ਤੇ ਹਜੇ ਵੀ ਜਿਹੜੇ ਆਪਣਾ ਬੜਾ ਐਥਿਕਸ ਦਾ ਬੜਾ ਗਿਆਨ ਵੰਡ ਰਹੇ, ਮੈਂ ਉਹਨਾਂ ਨੂੰ ਇਹ ਵੀ ਦੱਸਦਾ ਵੀ ਤੁਸੀਂ ਇਹ ਮੁੱਦੇ ਤੇ ਬੋਲ ਰਹੇ ਹੋ, ਤੁਸੀਂ ਗਿਆਨ ਵੀ ਦੇ ਰਹੇ ਹੋ, ਲੇਕਿਨ ਕੀ ਤੁਸੀਂ ਬੋਲ ਸਕਦੇ ਹੋ ਇੱਕ ਮੁੱਦੇ ਤੇ ਜਿਹੜਾ ਸਬਜੂਡਿਸ ਹੋਵੇ, ਜਿਹੜਾ ਕੋਰਟ ਦੇ ਵਿੱਚ ਚੱਲ ਰਿਹਾ ਹੋਵੇ? ਉਹਦਾ ਜਵਾਬ ਹੈ ਨਹੀਂ, ਕੰਟੈਂਪਟ ਹੁੰਦਾ ਹੈ, ਸਬਜੂਡਿਸ ਮੈਟਰ ਤੇ ਬੋਲ ਨਹੀਂ ਸਕਦੇ ਹੁੰਦੇ। ਪਰ ਫਿਰ ਵੀ ਆਪਾਂ ਡਿਬੇਟ ਕਰ ਰਹੇ ਹਾਂ, ਬਹਿਸ ਕਰ ਰਹੇ ਹਾਂ, ਬਿਕੋਜ਼ ਦੇਖੋ ਜ਼ਰੂਰੀ ਹੈ ਕਿ ਕੁਝ ਚੀਜ਼ਾਂ ਨੂੰ ਲੋਕਾਂ ਮੂਹਰੇ ਐਜ਼ ਇਟ ਇਜ਼ ਐਜ਼ ਫੈਕਟਸ ਪੇਸ਼ ਕੀਤਾ ਜਾਵੇ। ਉਹ ਮੈਂ ਐਗਜ਼ੈਕਟਲੀ ਕਰ ਵੀ ਰਿਹਾ। ਤੇ ਨਾਲੇ ਮੈਂ ਤਾਂ ਬਸ ਇੰਨੀ ਗੱਲ ਕਹੂੰਗਾ ਵਾਲੀਆ ਸਾਹਿਬ
ਕਿ ਲੀਗਲ ਇਸ਼ੂ ਤਾਂ ਹੈਗਾ ਹੀ ਹੈਗਾ। ਮੈਂ ਜਿਹੜਾ ਬੀਜੇਪੀ ਨੂੰ ਗੱਲ ਕਹੀ ਸੀ, ਮੈਂ ਉਹ ਇਹ ਗੱਲ ਕਹੀ ਸੀ ਕਿ ਬੀਇੰਗ ਇਨ ਦ ਸੈਂਟਰਲ ਗਵਰਨਮੈਂਟ, ਬੀਜੇਪੀ ਨੂੰ ਸਟੇਟਸ ਦੇ ਵਿੱਚ ਕੀ ਹੋ ਰਿਹਾ, ਇਹਨਾਂ ਕੋਲ ਇੰਟੈਲੀਜੈਂਸ ਹੈ, ਇਹਨਾਂ ਕੋਲ ਸਾਰੀਆਂ ਅਥਾਰਟੀਜ਼ ਹੈ, ਪਾਵਰਸ ਹੈ, ਏਜੰਸੀਜ਼ ਹੈ, ਇਹਨਾਂ ਨੂੰ ਪਤਾ ਵੀ ਕੌਣ ਕੀ ਕਰ ਰਿਹਾ। ਮੇਰੇ ਕਹਿਣ ਦਾ ਭਾਵ ਵੀ ਮਜੀਠੀਆ ਸਾਹਿਬ ਪੀਐਮ, ਦੇਸ਼ ਦੇ ਪ੍ਰਧਾਨ ਮੰਤਰੀ ਜੀ ਦੇ ਨਾਲ ਇੱਕ ਵੀ ਥਾਂ ਤੇ ਨਹੀਂ ਦਿਖੇ, ਉਹਦਾ ਕਾਰਨ ਸੀ ਅਲੈਜਡਲੀ ਇੱਕ ਲੈਟਰ ਆਉਂਦਾ ਹੁੰਦਾ ਸੀਗਾ, ਮੇਰੇ ਫਰੈਂਡ ਨੇ ਏਡੀਜੀਪੀ, ਉਹਨਾਂ ਨੇ ਕੈਟਾਗੋਰਿਕਲੀ ਦੱਸਿਆ ਵੀ ਸਪੈਸ਼ਲ ਇੱਕ ਲੈਟਰ ਆਉਂਦਾ ਹੁੰਦਾ ਸੀਗਾ ਕਿ ਮਿਸਟਰ ਮਜੀਠੀਆ ਸ਼ੈਲ ਨਾਟ ਕਮ ਹੇਅਰ। ਸੋ ਦੇਅਰਫੋਰ ਉਹਦਾ ਕਾਰਨ ਇਹ ਸੀਗਾ ਕਿਉਂਕਿ ਬੀਜੇਪੀ ਨੂੰ ਸੈਂਟਰਲ ਗਵਰਨਮੈਂਟ ਨੂੰ ਇਲਮ ਸੀਗਾ ਬਹੁਤ ਚੀਜ਼ ਜ਼ਿਆਦਾ, ਲੇਕਿਨ ਉਹ ਅੱਜ ਕੱਲ੍ਹ ਅਲਾਇੰਸ ਪਾਰਟਨਰ ਸੀਗੇ ਤੇ ਜੇ ਕਹਿ ਦਿੰਦੇ ਕੁਝ ਇਹਨਾਂ ਤੇ ਆਪਦੇ ਤੇ ਸਵਾਲ ਖੜੇ ਹੋ ਜਾਂਦੇ। ਸੋ ਮੈਨੂੰ ਗਲਤ ਇਹ ਸਿਰਫ ਇੰਨਾ ਕਰਕੇ ਪ੍ਰੂਵ ਕਰ ਸਕਦੇ ਜੇ ਫੋਟੋ ਦਿਖਾ ਦੇਣ। ਦੂਜਾ, ਆਮ ਆਦਮੀ ਪਾਰਟੀ ਬੁਲਾਰਾ ਨਹੀਂ ਭੇਜਦੀ, ਇਹ ਬਹੁਤ ਹੀ ਅਨਫੋਰਚੂਨੇਟ ਹੈ, ਬਹੁਤ ਮੰਦਭਾਗਾ ਹੈ ਕਿ ਤੁਸੀਂ ਆਪਦੀ ਤੁਹਾਡੀ ਸਰਕਾਰ ਹੈ, ਸਰਕਾਰ ਨੂੰ ਸਵਾਲ ਹੁੰਦੇ, ਸਰਕਾਰ ਨੇ ਜਵਾਬ ਦੇਣੇ ਹੁੰਦੇ, ਆਪੋਜੀਸ਼ਨ ਨੂੰ ਤੇ ਦੇਣੇ ਨਹੀਂ ਹੁੰਦੇ। ਆਮ ਆਦਮੀ ਪਾਰਟੀ ਆਪੋਜੀਸ਼ਨ ਮੋਡ ਚ ਆਵੇ ਤੇ ਜਿਹੜੀ ਉਹਨਾਂ ਦੀ ਜ਼ਿੰਮੇਵਾਰੀ ਸੀਗੀ, ਜਿਹੜੀ ਢਿੱਲੋਂ ਸਾਹਿਬ ਨੇ ਵੀ ਕਨਫਰਮ ਕੀਤੀ, ਜਿਹੜਾ ਏਜੀ ਆਫਿਸ ਹੈ ਉਹ ਚੇਂਜ ਹੁੰਦਾ ਜਦੋਂ ਸਰਕਾਰ ਆਉਂਦੀ ਹੈ, ਉਹ ਤੋਂ ਬਾਅਦ ਡਬਲ ਏਜੀ ਨੇ, ਡਿਪਟੀ ਏਜੀ ਨੇ, ਅਸਿਸਟੈਂਟ ਏਜੀ ਨੇ, ਐਡੀਸ਼ਨਲ ਏਜੀ ਨੇ, ਇਹਨਾਂ ਨੇ ਪਰਫਾਰਮੈਂਸ ਦਿਖਾਉਣੀ ਹੁੰਦੀ ਹੈ ਤੇ ਮੇਕ ਸ਼ੋਰ ਕਰਨਾ ਹੁੰਦਾ ਵੀ ਕੇਸ ਠੋਕ ਕੇ ਕੰਟੈਸਟ ਹੋਵੇ। ਉਹ ਆਮ ਆਦਮੀ ਪਾਰਟੀ ਦੇ ਵਿੱਚ ਪਹਿਲਾਂ ਕਹਿ ਰਹੇ ਸੀ ਚੱਡਾ ਸਾਹਿਬ ਤੇ ਭਗਵੰਤ ਮਾਨ ਸਾਹਿਬ ਦੇ ਵਿੱਚ ਕੋਈ ਇਸ਼ੂ ਚੱਲ ਪਿਆ ਸੀਗਾ ਡਬਲ ਏਜੀਸ ਕਰਕੇ ਅਲੈਜਡਲੀ, ਤੇ ਉਹ ਹੁਣ ਦੇਖਣਾ ਪਊਗਾ ਵੀ ਆਮ ਆਦਮੀ ਪਾਰਟੀ ਬੁਲਾਰਾ ਭੇਜੂਗੀ ਨਹੀਂ ਭੇਜੂਗੀ, ਇਸ ਦਿਨ ਤੇ ਸਪੈਸੀਫਾਈ ਕਰੇ, ਸੱਚਾਈ ਦੱਸੇ ਵੀ ਕਿਉਂ ਉਹਨਾਂ ਦੀ। ਠੀਕ ਹੈ ਖੜਿਆਲ ਸਾਹਿਬ, ਪਰ ਇੱਕ ਗੱਲ ਜਿਹੜਾ ਤੁਸੀਂ ਕੇਸ ਨੂੰ ਡਿਲੇ ਹੋਣ ਦੀ ਗੱਲ ਕਰਦੇ ਹੋ, ਉਹਦੇ 'ਚ ਇੱਕ ਫੈਕਟਰ ਹੋਰ ਵੀ ਹੈ ਕਿ 2 ਜੱਜ ਸਾਹਿਬਾਨ ਨੇ ਘੱਟੋ ਘੱਟ ਇੱਕ ਡੋਜ਼ ਵੀ ਦਿੱਤਾ, ਉਸ ਕਾਰਨ ਵੀ ਕੇਸ ਡਿਲੇ ਹੋ ਗਿਆ। ਉਹਨਾਂ ਨੇ ਜਿਸ ਦਿਨ ਸੁਣਵਾਈ ਹੁੰਦੀ ਸੀ ਉਸ ਦਿਨ ਆਪਣੇ ਆਪ ਨੂੰ ਕੇਸ ਤੋਂ ਅਲੱਗ ਕੀਤਾ ਤੇ ਕੇਸ ਦੀਆਂ ਤਰੀਕਾਂ ਲੰਬੀਆਂ ਪਈਆਂ। ਇਹ ਵੀ ਇੱਕ ਫੈਕਟਰ ਹੈ। ਸਰੀਨ ਸਾਹਿਬ, ਦੇਖੋ ਮੈਂ ਇਹ ਕਹਿਣਾ ਚਾਹੁੰਦਾ ਵਾਲੀਆ ਸਾਹਿਬ, ਕਾਂਗਰਸ ਪਾਰਟੀ ਆਪਣੀ ਗਲਤੀ ਮੰਨਣ ਲਈ ਤਿਆਰ ਨਹੀਂ। ਆ ਮੇਰੇ ਵੀਰ ਬਹੁਤ ਵਧੀਆ ਬੋਲ ਰਿਹਾ ਹੈ ਖੜਿਆਲ ਜੀ, ਆ ਇੱਕ ਫੋਟੋ ਹੈ, ਮੋਦੀ ਜੀ ਭਾਸ਼ਣ ਦੇ ਰਿਹਾ, ਮਜੀਠੀਆ ਸਾਹਿਬ ਸਟੇਜ ਤੇ ਬੈਠੇ ਹੈ, ਇਹ ਮੈਂ ਨਹੀਂ ਬਣਾਈ। ਸਾਡਾ ਕੋਈ ਮਤਲਬ ਨਹੀਂ ਹੈ, ਹੁਣ ਮੇਰੀ ਗੱਲ ਹੁਣ ਸੁਣ ਲਓ, ਸਾਡਾ ਕੋਈ ਮਤਲਬ ਨਹੀਂ ਹੈ। ਇੱਕ ਹਾਂਜੀ ਮੈਂ WhatsApp ਕਰ ਦੇਣਾ, ਮੈਂ ਫੋਟੋ WhatsApp ਕਰ ਦੇਣਾ। ਦੇਖੋ ਬੈਠੇ ਆ ਮਜੀਠੀਆ ਸਾਹਿਬ ਬੈਠੇ ਪਏ, ਮੋਦੀ ਜੀ ਭਾਸ਼ਣ ਦੇ ਰਹੇ। ਦੇਖੋ ਮੈਂ ਕਿਹਾ ਤੁਸੀਂ, ਮੈਂ ਔਨ ਰਿਕਾਰਡ ਕਹਿ ਰਿਹਾ, ਜਵਾਬ ਦੇ ਹੈ, ਦੇਸ਼ ਦੁਨੀਆ ਦੇਖ ਰਹੀ ਹੈ। ਦੇਖ ਹੀ ਨਹੀਂ ਰਹੇ, ਆ ਦੇਖ ਲਓ। ਮੈਂ ਦੇਖਿਆ ਜੀ ਮਜੀਠੀਆ ਸਾਹਿਬ ਦੇਖੇ, ਤੁਹਾਨੂੰ ਦਿਖਣਾ ਨਹੀਂ ਨਾ, ਤੁਹਾਨੂੰ ਦਿਖਣਾ ਨਹੀਂ, ਤੁਸੀਂ ਗੱਲ ਕਹਿ ਕੇ ਬਸ ਗਏ ਹੋ, ਤੁਹਾਨੂੰ ਦਿਖਣਾ ਨਹੀਂ। ਚਲੋ ਵਿਕਰਮ ਸਿੰਘ ਮਜੀਠੀਆ ਸਾਡਾ ਕੋਈ ਮੈਟਰ ਨਹੀਂ ਹੈ, ਸਾਡੇ ਲਈ ਮੈਟਰ ਕਰਦਾ ਹੈ ਕਿ ਕਾਨੂੰਨ ਦੀ ਸਜ਼ਾ ਮਿਲਣੀ ਚਾਹੀਦੀ ਸੀ। ਜਿਹੜਾ ਵੀ ਦੋਸ਼ੀ ਹੈ, ਤੁਸੀਂ 5 ਸਾਲ ਸਰਕਾਰ ਚਲਾਈ, ਸਰਕਾਰ ਬਣਾਈ ਨਸ਼ੇ ਦੇ ਨਾਮ ਦੇ ਉੱਤੇ, ਤੁਹਾਡੀ ਸਰਕਾਰ ਵੇਲੇ ਲੋਕ ਮਰੇ। ਆਮ ਆਦਮੀ ਪਾਰਟੀ ਜੱਜ ਉਹਨਾਂ ਦੀ ਬੇਲ ਹੋਈ ਹੈ, ਇਹ ਆਮ ਆਦਮੀ ਪਾਰਟੀ ਨੂੰ ਚਲੋ ਬਿਲਕੁਲ ਆਉਣਾ ਚਾਹੀਦਾ ਹੈ। ਅਸੀਂ ਕੋਰਟ ਦਾ ਮੈਟਰ ਹੈ, ਕੋਰਟ ਨੂੰ ਜੋ ਠੀਕ ਲੱਗਿਆ ਉਹ ਬਿਲਕੁਲ ਉਹਨਾਂ ਨੇ ਉਸ ਹਿਸਾਬ ਨਾਲ ਆਪਣਾ ਫੈਸਲਾ ਦਿੱਤਾ ਹੈ। ਅੱਜ ਦੀ ਜ਼ਮਾਨਤ ਕੋਈ ਬਰੀ ਨਹੀਂ ਕਰਦੀ, ਪਰ ਮੈਂ ਕਹਿੰਦਾ 6 ਮਹੀਨੇ ਉਹ ਜੇਲ੍ਹ ਚ ਰਹੇ, ਪੁਲਿਸ ਦੀ ਇਨਵੈਸਟੀਗੇਸ਼ਨ ਸੀ, ਜਿਹੜੇ ਸਬੂਤ ਸੀਗੇ, ਜੇ ਪੁਲਿਸ ਦੇ ਕੋਲ ਸਬੂਤ ਸੀ ਉਹਨਾਂ ਨੂੰ ਕੋਰਟ ਚ ਪ੍ਰੋਡਿਊਸ ਕਰਨੇ ਚਾਹੀਦੇ ਸੀ, ਜਿਹੜੇ ਉਹ ਨਹੀਂ ਕਰ ਸਕੇ। ਕਿਤੇ ਨਾ ਕਿਤੇ ਕਾਨੂੰਨੀ ਪੱਖ ਕਮਜ਼ੋਰ ਰਹਿ ਗਿਆ। ਪਰ ਅਸੀਂ ਇਹ ਕਹਿੰਦੇ ਆ ਕਿ ਪੰਜਾਬ ਦੇ ਅੰਦਰ ਵਾਲੀਆ ਜੀ, ਆਮ ਆਦਮੀ ਪਾਰਟੀ ਔਰ ਕਾਂਗਰਸ ਪਾਰਟੀ ਨਸ਼ੇ ਨੂੰ ਲੈ ਕੇ ਸਿਰਫ ਰਾਜਨੀਤੀ ਕਰ ਰਹੀ ਹੈ, ਨਾ ਲੋਕਾਂ ਦਾ ਭਲਾ ਕਰ ਰਹੀ ਹੈ, ਨਾ ਨਸ਼ਿਆਂ ਨੂੰ ਰੋਕ ਰਿਹਾ ਹੈ। ਕਾਂਗਰਸ ਨੇ ਜੋ ਕੀਤਾ ਸੀ ਪੰਜਾਬ 'ਚ ਨਸ਼ੇ ਨਾਲ ਗਰਕ ਪੰਜਾਬ ਦੀ ਜਵਾਨੀ ਦਾ, ਉਸ ਤੋਂ ਵੱਧ ਜਿਹੜਾ ਹੈ ਉਹ ਹੁਣ ਆਮ ਆਦਮੀ ਪਾਰਟੀ ਕਰ ਰਹੀ ਹੈ। ਜੀ ਖੜਿਆਲ ਸਾਹਿਬ 30 ਸਕਿੰਟ, ਖੜਿਆਲ ਸਾਹਿਬ 30-35 ਸਕਿੰਟ। ਜੀ ਸਰੀਨ ਸਾਹਿਬ ਕਹਿੰਦੇ ਜਿਹੜੀਆਂ ਕੰਡੀਸ਼ਨਸ ਮਜੀਠੀਆ ਸਾਹਿਬ ਤੇ ਲੱਗੀਆਂ, ਜਦੋਂ ਕਿਸੇ ਨੂੰ ਵੀ ਬੇਲ ਮਿਲਦੀ ਇਹ ਕੰਡੀਸ਼ਨਸ ਲੱਗਦੀਆਂ ਹੈ ਕਿ ਪਾਸਪੋਰਟ ਜਮ੍ਹਾਂ ਕਰਾਓ, ਤੁਸੀਂ ਵਿਟਨੈਸ ਨੂੰ ਨਹੀਂ ਇਨਫਲੂਐਂਸ ਕਰਨਾ, ਗਲਤ ਕਹਿ ਰਹੇ ਹੈ। ਆਰਡਰ ਪੜ੍ਹ ਕੇ ਦੇਖ ਲੈਣ ਦੂਜੇ ਬੇਲ ਦੇ ਵਿੱਚ, ਜ਼ਮਾਨਤ ਲੈ ਕੇ ਇਸ ਬੇਲ ਦੇ ਵਿੱਚ ਇਹ ਸਾਰੇ ਕੇਸਾਂ ਦੇ ਵਿੱਚ ਨਹੀਂ ਲਿਖਿਆ ਜਾਂਦਾ। ਇੱਥੇ ਢਿੱਲੋਂ ਸਾਹਿਬ ਵੀ ਬੈਠੋ ਵੀ ਕਲੈਰੀਫਾਈ ਕਰ ਸਕਦੇ ਹੈ, ਇਹ ਸਾਰੀਆਂ ਬੇਲਸ ਦੇ ਵਿੱਚ ਨਹੀਂ ਲਿਖਿਆ ਜਾਂਦਾ। ਕੰਡੀਸ਼ਨਸ ਡਿਫਰੈਂਟ ਹੁੰਦੀਆਂ, ਇਹ ਬੇਲ ਦੇ ਵਿੱਚ ਜਿਹੜੀਆਂ ਕੰਡੀਸ਼ਨਸ ਹੈ ਉਹ ਸਾਰੀਆਂ ਬੇਲਸ ਦੇ ਵਿੱਚ ਕੰਡੀਸ਼ਨਸ ਨਹੀਂ ਮੈਂਸ਼ਨ ਹੁੰਦੀਆਂ। ਇਹ ਚੀਜ਼ ਨਹੀਂ ਹਰੇਕ ਤੁਸੀਂ ਇਹ ਕਹਿੰਦੇ ਹੋ ਉਹਨੂੰ ਬਾਹਰ ਜਾਣ ਲਈ ਪਹਿਲਾਂ ਦੱਸਣਾ ਪਏਗਾ, ਹਰ ਦੋਸ਼ੀ ਨੂੰ ਦੱਸਣਾ ਪੈਂਦਾ ਹੈ। ਮੈਂ ਗੱਲ ਕਹਿਣਾ ਕੀ ਚੀਜ਼ ਹੈ, ਮੈਨੂੰ ਗੱਲ ਦੱਸੋ। ਹਰੇਕ ਨੂੰ ਕਹਿ ਜਾਂਦਾ ਜ਼ਮਾਨਤ ਹੋਣ ਤੋਂ ਬਾਅਦ ਤੁਸੀਂ ਇਹ ਕਿਹਾ ਕਿ ਵਿਦੇਸ਼ ਜਾਣ ਤੋਂ ਪਹਿਲਾਂ ਦੱਸਣਾ ਪਏਗਾ।
ਕੋਈ ਵੀ ਦੋਸ਼ੀ ਹੋਵੇ ਉਹਨੂੰ ਵਿਦੇਸ਼ ਜਾਣ ਤੋਂ ਪਹਿਲਾਂ ਕੋਰਟ ਨੂੰ ਦੱਸਣਾ ਪੈਂਦਾ ਹੈ। ਢਿੱਲੋਂ ਸਾਹਿਬ ਬੈਠੇ ਆ, ਢਿੱਲੋਂ ਸਾਹਿਬ ਨੇ ਕਿਹਾ ਸਹੀ ਕਹਿ ਰਹੇ ਗਲਤ ਕੀਤਾ। ਇਹ ਕੰਡੀਸ਼ਨਸ ਜਿਹੜੀਆਂ ਉਹ ਇਹ ਮੇਰੇ ਸਭ ਕਿਹਾ ਨੇ ਜਨਾਬ ਵੈਲ ਸੈਟਲਡ ਲੋ ਹੈ ਜਿਹਦੀ ਸਾਹਿਬ ਸ੍ਰੀ ਸਾਹਿਬ ਪਲੀਜ਼, ਕਿਉਂਕਿ ਮੈਂ ਅਖੀਰਲੇ 2 ਮਿੰਟ 1.5 ਮਿੰਟ ਹੈ ਮੇਰੇ ਕੋਲ। ਸੁਖਦੇਵ ਸਿੰਘ ਜੀ ਕੁਝ ਕਹਿਣਾ ਚਾਹੁੰਦੇ ਨੇ। ਹਾਂਜੀ ਸੁਖਦੇਵ ਸਿੰਘ ਜੀ। ਖੜਿਆਲ ਸਾਹਿਬ ਬਾਰ-ਬਾਰ ਇੱਕ ਗੱਲ ਕਹਿ ਰਹੇ ਆ ਕਿ ਏਜੀ ਨੇ ਲੜਨਾ ਹੁੰਦਾ ਆ, ਇਹਨੇ ਲੜਨਾ ਹੁੰਦਾ, ਉਹਨੇ ਲੜਨਾ। ਜੋ ਮਜੀਠੀਆ ਸਾਹਿਬ ਨੇ 24 ਫਰਵਰੀ ਨੂੰ ਅਦਾਲਤ ਦੇ ਸਾਹਮਣੇ ਸਰੈਂਡਰ ਕੀਤਾ ਮੋਹਾਲੀ ਕੋਰਟ ਦੇ ਵਿੱਚ, ਉਸ ਵੇਲੇ ਸਰਕਾਰ ਕਿਹਦੀ ਸੀ? ਚਾਹੇ ਉਸ ਵੇਲੇ ਇਲੈਕਸ਼ਨ ਹੋ ਚੁੱਕੀ ਸੀ, ਪਰ ਐਕਟਿੰਗ ਗਵਰਨਮੈਂਟ ਦੇ ਤੌਰ ਦੇ ਉੱਤੇ ਉਸ ਵੇਲੇ ਵੀ ਸਰਕਾਰ ਕਾਂਗਰਸ ਦੀ ਸੀ ਤੇ ਪੁਲਿਸ ਇਹਨਾਂ ਦੇ ਅਧੀਨ ਕੰਮ ਕਰਦੀ ਸੀ। ਫਿਰ ਇਹਨਾਂ ਨੇ ਸਰਦਾਰ ਬਿਕਰਮ ਸਿੰਘ ਮਜੀਠੀਆ ਦਾ ਰਿਮਾਂਡ ਕਿਉਂ ਨਹੀਂ ਮੰਗਿਆ? ਜੇ ਮਜੀਠੀਆ ਦੋਸ਼ੀ ਸੀ, ਜੇ ਮਜੀਠੀਏ 'ਚ ਨੁਕਸ ਸੀ ਤੇ ਪੁਲਿਸ ਰਿਮਾਂਡ ਮੰਗਦੀ, ਕਿਉਂਕਿ ਪੁਲਿਸ ਨੂੰ ਪਤਾ ਸੀ ਆਲਰੇਡੀ ਇਸ ਕੇਸ ਦੇ ਵਿੱਚ ਕੁਝ ਨਹੀਂ ਹੈ, ਮਜੀਠੀਏ ਤੋਂ ਕੁਝ ਨਹੀਂ ਲੱਭਣਾ। ਪੁਲਿਸ ਨੂੰ ਇਹ ਪਤਾ ਸੀ ਕਿ ਸਾਨੂੰ ਪੋਲੀਟੀਕਲ ਪ੍ਰੈਸ਼ਰਾਈਜ਼ ਕਰਕੇ ਅਸੀਂ ਇਹਨਾਂ ਦੇ ਅਧੀਨ ਕੰਮ ਕਰਦੇ ਹਾਂ, ਸਾਡੇ ਤੋਂ ਪਰਚਾ ਦਬਾਇਆ ਗਿਆ, ਇਸ ਕਰਕੇ ਪੁਲਿਸ ਨੇ ਉਹਨਾਂ ਦਾ ਰਿਮਾਂਡ ਨਹੀਂ ਲਿਆ। ਜੇ ਰਿਮਾਂਡ ਮੰਗਦੇ ਤਾਂ ਉਹ 'ਚੋਂ ਨਿਕਲਣਾ ਕੁਝ ਨਹੀਂ ਸੀ। ਖੜਿਆਲ ਸਾਹਿਬ ਉਸ ਵੇਲੇ ਗਵਰਨਮੈਂਟ ਤੁਹਾਡੀ ਸੀ, ਤੁਹਾਡੇ ਕੋਲ ਆਇਆ ਜਵਾਬ? ਜੀ ਹੋਰ ਫੋਟੋ ਦੇਖ ਲਓ ਖੜਿਆਲ ਸਾਹਿਬ, ਇੱਕ ਹੋਰ ਫੋਟੋ ਦੇਖ ਲਓ ਆ ਮੋਦੀ ਜੀ ਦੇ ਨਾਲ ਮਜੀਠੀਆ ਸਾਹਿਬ ਨੇ। ਵੀ ਮਜੀਠੀਆ ਸਾਹਿਬ ਇਲੈਕਸ਼ਨ ਕੰਟੈਸਟ ਕਰ ਲੈਣ, ਉਸ ਤੋਂ ਬਾਅਦ ਉਹਨਾਂ ਨੂੰ ਸਰੈਂਡਰ ਕਰਨਾ ਪਊਗਾ। ਆਪਾਂ ਦੇਖ ਲਾਂਗੇ। ਲਾਸਟ ਟਿੱਪਣੀ ਐਡਵੋਕੇਟ ਢਿੱਲੋਂ ਤੁਹਾਡੀ ਹੈ, ਮੈਂ ਪ੍ਰੋਗਰਾਮ ਸਮਾਪਤ ਕਰਨਾ। ਤੇਗਵੀਰ ਸਿੰਘ ਢਿੱਲੋਂ। ਦੇਖੋ ਜੀ, ਹੁਣ ਸਿੱਧੂ ਸਾਹਿਬ ਦੀ ਗੱਲ ਕਰੀਏ, ਨਵਜੋਤ ਸਿੱਧੂ ਤਾਂ ਸੀਗੇ, ਆਪਣਾ ਸੁਪਰੀਮ ਕੋਰਟ ਤੋਂ ਫਾਈਨਲ ਵਰਡਿਕਟ ਆਇਆ ਕਿ 5-6 ਮਹੀਨੇ ਹੋਰ ਚ ਬਾਹਰ ਆ ਜਾਣਗੇ। ਜੇ ਫਾਈਨਲ ਵਰਡਿਕਟ ਮਜੀਠੀਆ ਸਾਹਿਬ ਦੇ ਅਗੇਂਸਟ ਆ ਗਿਆ, ਦਾ ਪੋਜੀਸ਼ਨ ਵੁੱਡ ਹੈਵ ਬੀਨ ਡਿਫਰੈਂਟ। 10 ਸਾਲ ਤੋਂ 20 ਸਾਲ ਦੇ ਵਿੱਚ ਸਜ਼ਾ ਹੋਣੀ ਹੈ ਐਨਡੀਪੀਐਸ ਐਕਟ ਦੇ ਹਿਸਾਬ ਨਾਲ, ਤੇ 5 ਤੋਂ 6 ਸਾਲ ਦੇ ਪਹਿਲਾਂ ਜ਼ਮਾਨਤ ਨਹੀਂ ਹੋਣੀ ਆਫਟਰ ਪ੍ਰੋਨਾਂਸਿੰਗ ਦੀ ਆਰਡਰ। ਉਹ ਕੇਸ ਕੋਰਟ ਦੇ ਵਿੱਚ ਹੈਗਾ, ਕੋਰਟ ਦੇ ਵਿੱਚ ਚੱਲ ਰਿਹਾ, ਉਹ ਇੱਥੇ ਕੇਸ ਨੂੰ ਉੱਥੇ ਚੱਲਣ ਦੋ। ਜੋ ਫਾਈਲ ਹੈਗੀ ਹੈ ਉਹ ਫਾਈਲ ਹੀ ਬੋਲੂਗੀ, ਜੱਜ ਸਾਹਿਬਾਨ ਫਾਈਲ ਦੇਖ ਕੇ ਪ੍ਰੋਨਾਂਸ ਕਰਨਗੇ। ਇਹ ਬੇਲ ਮੈਟਰ ਹੈ, ਸਿਰਫ ਇਹਨੂੰ ਬੇਲ ਮੈਟਰ ਤੱਕ ਰੱਖੋ। ਤੇ ਬਾਕੀ ਗੱਲ ਹੈ ਜਿਹੜਾ ਐਨਡੀਪੀਐਸ ਦਾ ਕੇਸ ਹੈ ਰਿਗਾਰਡਿੰਗ ਦੀ ਗਵਰਨਮੈਂਟਸ, ਕਿ ਇਹ ਇੱਕ ਆਮ ਇਨਸਾਨ ਲਈ, ਇੱਕ ਪੋਲੀਟੀਸ਼ੀਅਨ ਲਈ ਸੇਮ ਕੰਟੈਸਟ 'ਚ ਹੋਣਾ ਚਾਹੀਦਾ। ਇਹਦੇ ਜੇ ਉਹ ਪਰਚਾ ਇੱਕ ਬੰਦੇ ਦੇ ਡਿਸਕਲੋਜ਼ਰ ਤੇ ਹੋ ਰਿਹਾ, ਉਹ ਜੇ ਆਮ ਇਨਸਾਨ ਤੇ ਹੋ ਰਿਹਾ, ਉਹ ਪੋਲੀਟੀਸ਼ੀਅਨ ਤੇ ਵੀ ਹੋਣਾ ਚਾਹੀਦਾ। ਵੈਦਰ ਹੀ ਇਜ਼ ਅ ਕੈਬਨਿਟ ਰੈਂਕ ਮਿਨਿਸਟਰ ਔਰ ਐਨ ਐਕਸ ਐਮਐਲਏ, ਹੀ ਸ਼ੁੱਡ ਬੀ ਪੁੱਟ ਬਿਹਾਈਂਡ ਦੀ ਬਾਰਸ। ਬਟ ਉਸ ਤੋਂ ਬਾਅਦ ਜੇ ਫਾਈਨਲ ਵਰਡਿਕਟ ਆਉਂਦਾ ਕੋਰਟ ਦਾ, ਆਨਰੇਬਲ ਹਾਈ ਕੋਰਟ ਦਾ ਜਾਂ ਲੋਅਰ ਕੋਰਟ ਦਾ ਜਾਂ ਸੁਪਰੀਮ ਕੋਰਟ ਦਾ, ਉਹਨੂੰ ਸਿਰ ਮੱਥੇ ਸਤਿਕਾਰ ਹਰੇਕ ਪਾਰਟੀ ਨੂੰ ਕਰਨਾ ਚਾਹੀਦਾ। ਅੱਜ ਬੇਲ ਹੋਈ ਹੈ, ਜਿਵੇਂ ਕਹਿ ਰਹੇ ਸੀ ਬੇਲ ਹਰੇਕ ਕੰਡੀਸ਼ਨਸ ਬੇਲ ਦੇ ਵਿੱਚ ਅਲੱਗ-ਅਲੱਗ ਹੁੰਦੀਆਂ ਨੇ। ਕਈ ਵਾਰ ਇਹ ਲਿਖਿਆ ਹੁੰਦਾ ਵੀ ਆਪਣਾ ਲੋਕੇਸ਼ਨਸ ਔਨ ਰੱਖਣੀਆਂ ਨੇ, ਅਸੀਂ ਤੁਹਾਨੂੰ ਬੇਲ ਦੇ ਰਹੇ ਹਾਂ। ਸੋ ਕੰਡੀਸ਼ਨਸ ਵੇਰੀ ਕਰਦੀਆਂ ਫਰੋਮ ਬੇਲ ਟੂ ਬੇਲ। ਸੋ ਇਹਦੇ 'ਚ ਕੋਈ ਹਾਰਡ ਐਂਡ ਫਾਸਟ ਰੂਲ ਨਹੀਂ ਹੈਗਾ। ਇਟ ਇਜ਼ ਅਪਨ ਦੀ ਜਸਟਿਸਸ ਟੂ ਡਿਸਾਈਡ ਕਿਹੜੀ ਕੰਡੀਸ਼ਨਸ ਇੰਪੋਜ਼ ਕਰਨੀਆਂ ਨੇ ਵਾਈਲ ਗ੍ਰਾਂਟਿੰਗ ਦੀ ਬੇਲ। ਠੀਕ ਹੈ ਢਿੱਲੋਂ ਸਾਹਿਬ, ਜਿਹੜੀ ਗੱਲ ਤਾਂ ਇਹ ਹੈ ਕਿ ਹਲੇ ਬੇਲ ਹੋਈ ਹੈ। ਬਿਲਕੁਲ ਮੈਂ ਯਾਦ ਕਰਾਵਾਂ, ਜਦੋਂ ਪਹਿਲਾਂ ਬੇਲ ਹੋਈ ਸੀ ਇਹਨਾਂ ਨੂੰ ਲੋਅਰ ਕੋਰਟ ਤੋਂ, ਉਦੋਂ ਅੰਮ੍ਰਿਤਸਰ ਦੇ ਵਿੱਚ ਬੜੇ ਪਟਾਕੇ ਚਲਾਏ ਗਏ ਸੀ, ਬਹੁਤ ਕੁਝ ਹੋਇਆ ਸੀ। ਉਦੋਂ ਵੀ ਮੈਂ ਇਹੀ ਗੱਲ ਕਹੀ ਸੀ, ਭਾਈ ਠੀਕ ਹੈ ਕੋਈ ਜੰਗ ਜਿੱਤ ਕੇ ਲਿਆਏ, ਇੰਨੀ ਖੁਸ਼ੀ ਨਾ ਮਨਾਓ। ਹੁਣ ਬਲਕਿ ਖੁਸ਼ੀ ਤਾਂ ਤੁਸੀਂ ਬਣਾ ਸਕਦੇ ਹੋ, ਲੇਕਿਨ ਉਸ ਵੇਲੇ ਵੀ ਖੁਸ਼ੀ ਬਣਾਈ ਗਈ ਸੀ। ਮੇਰਾ ਖਿਆਲ ਹੈ ਕਿ ਆਮ ਵਰਕਰ ਨੂੰ ਪਤਾ ਹੀ ਨਹੀਂ ਹੁੰਦਾ ਕਿ ਬੇਲ ਤੇ ਡਿਸੀਜਨ 'ਚ ਕਿੰਨਾ ਫਰਕ ਹੈ। ਚੰਗੀ ਗੱਲ ਹੈ ਢਿੱਲੋਂ ਸਾਹਿਬ, ਤੁਸੀਂ ਸਭ ਨੇ ਅੱਜ ਸਾਡੇ ਦਰਸ਼ਕਾਂ ਨੂੰ ਇਹ ਦੱਸਿਆ ਕਿ ਬੇਲ ਹੋਈ ਹੈ, ਜ਼ਮਾਨਤ ਹੋਈ ਹੈ, ਤੇ ਜਿਵੇਂ ਟ੍ਰਾਇਲ ਕੋਰਟ ਦੇ ਵਿੱਚ ਕਿਹਾ ਕਿ ਫੈਸਲਾ ਹਾਈ ਕੋਰਟ ਨੇ ਆਪਣੀ ਜ਼ਮਾਨਤ ਵਿੱਚ ਲਿਖਿਆ ਕਿ ਬਾਕੀ ਜਿਹੜਾ ਫਾਈਨਲ ਜਿਹੜਾ ਫੈਸਲਾ ਉਹ ਤਾਂ ਕੋਰਟ ਨੇ ਕਰਨਾ ਹੈ। ਖੈਰ ਮਜੀਠੀਆ ਸਾਹਿਬ ਬਾਹਰ ਆ ਗਏ ਨੇ ਔਰ ਉਹਨਾਂ ਦੀ ਜ਼ਮਾਨਤ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਭਾਵੇਂ ਇਹ ਮੰਨਣ ਨਾ ਮੰਨਣ, ਜਿਹੜੇ ਸਰਦਾਰ ਸੁਖਦੇਵ ਸਿੰਘ ਸਾਡੇ ਨਾਲ ਨੇ ਉਹਨਾਂ ਦੇ ਨੁਮਾਇੰਦੇ, ਪਰ ਸੱਚੀ ਗੱਲ ਤਾਂ ਇਹ ਹੈ ਇਸ ਮੌਕੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਉਹਨਾਂ ਦੀ ਬਹੁਤ ਜ਼ਰੂਰਤ ਸੀ। ਜਿਸ ਕਿਸਮ ਦਾ ਸੰਕਟ ਚੱਲ ਰਿਹਾ, ਰਹੀ ਗੱਲ ਕੇਸ ਦੀ, ਕੇਸ ਚੱਲੇਗਾ ਤੇ ਜੋ ਕੋਰਟ ਫੈਸਲਾ ਕਰੇਗੀ ਉਹ ਸਭ ਨੂੰ ਪ੍ਰਵਾਨ ਹੋਏਗਾ। ਤੁਸੀਂ ਸਾਰੇ ਆਏ, ਐਡਵੋਕੇਟ ਤੇਗਵੀਰ ਸਿੰਘ ਢਿੱਲੋਂ ਸਾਹਿਬ, ਸਰਦਾਰ ਸੁਖਦੇਵ ਸਿੰਘ ਜੀ, ਐਡਵੋਕੇਟ ਅਰਸ਼ਪ੍ਰੀਤ ਸਿੰਘ ਖਿਆਲ ਸਾਹਿਬ, ਅਸ਼ੋਕ ਸ਼ਰੀਨ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਔਰ ਪਿਆਰੇ ਦਰਸ਼ਕੋ, ਤੁਹਾਡਾ ਧੰਨਵਾਦ ਤਾਂ ਹਮੇਸ਼ਾ ਹੁੰਦਾ, ਅੱਜ ਵੀ ਹੈ ਕਿ ਤੁਸੀਂ ਸਾਡੀ ਚਰਚਾ ਨੂੰ ਸੱਥਾਂ ਤੱਕ ਲੈ ਕੇ ਜਾਂਦੇ ਹੋ। ਤੁਹਾਡਾ ਧੰਨਵਾਦ। ਕੱਲ ਸਵੇਰੇ
8:40 ਖਬਰ ਤੇ ਨਜ਼ਰ ਰਜਿੰਦਰ ਵਾਲੀਆ ਸ਼ੋ। ਕੱਲ ਸ਼ਾਮ ਨੂੰ 5:30 ਵਜੇ ਫਿਰ ਚਰਚਾ ਹੋਏਗੀ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। चर्चा